ਮੁਰਗੀ ਪਿੱਛੇ ਮੁਰਗੇ ਨੂੰ ਤੂੰ ਕਿਉਂ ਦਿੰਦਾ ਏ ਬਾਂਗ। ਮੁਰਗੀ ਪਿੱਛੇ ਮੁਰਗੇ ਨੂੰ ਤੂੰ ਕਿਉਂ ਦਿੰਦਾ ਏ ਬਾਂਗ। ਸੁਬਹ ਜਗਾਉਣਾ ਜਿਨ੍ਹਾਂ ਨੂੰ ਤੇ ਤੈਨੂੰ ਆਥਣੇ ਦਿੰਦੇ ਛਾਂਗ। ਪਹਿਲਾਂ ਤੈਨੂੰ ਭੁੰਨ ਕੇ ਤੇ ਫੇਰ ਲਗਾਉਂਦੇ ਪੈਗ। ਮੈਥੋਂ ਝੱਲ ਨਾ ਹੁੰਦੇ ਜਦੋਂ ਚਰੁੰਡਣ ਲੈਗ। ਛੱਡਦੇ ਸਾਰੇ ਕੰਮ ਪੁਰਾਣੇ ਮਾਡਰਨ ਥੋੜ੍ਹਾ ਹੋ ਮਾਈਆ। ਟਾਈਮ ਟੂਮ ਦੀ ਗੱਲ ਰਹੀ ਨਾ ਫੋਨ ਰੱਖੋ ਦੋ ਦੋ ਮਾਈਆ। ਟਾਈਮ ਟੂਮ ਦੀ ਗੱਲ ਰਹੀ ਨਾ ਫੋਨ ਰੱਖੇ ਦੋ ਦੋ ਮਾਈਆ। ਇਹ ਬੜੀਆਂ ਫਨੀ ਲਾਈਨਾਂ ਨੇ ਜੀ ਐਸ ਅਸ਼ੋਕ ਭੌਰਾ ਸਾਹਿਬ ਦੀਆਂ। ਅੱਗੇ ਵੀ ਕਵਿਤਾ ਲੰਬੀ ਸੀਗੀ ਪਰ ਮੈਂ ਵਿੱਚੋਂ 4 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਵਧੀਆ ਲਾਈਨਾਂ ਤੇ ਅੱਜ ਮੈਂ ਸਾਂਝੀਆਂ ਕਰਨ ਦਾ ਕਾਰਨ ਵੀ ਇਹੀ ਆ ਕਿ ਅੱਜ ਖਾਸ ਗੱਲ ਜਿਹੜੀ ਆ ਭੌਰਾ ਸਾਹਿਬ ਨਾਲ ਹੋਣੀ ਆ। ਸੋ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਤੇ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ, ਹਾਈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਦੇ ਖਾਸ ਸ਼ੋਅ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਜੀ ਕਾਲਾਂ ਜਿਹੜੀਆਂ ਉਹ ਨਹੀਂ ਲੈ ਹੋਣੀਆਂ ਤੇ ਗੱਲਾਂ ਬਾਤਾਂ ਦਾ ਆਨੰਦ ਇੰਨਾ ਕੁ ਆਏਗਾ ਜਿਹੜੇ ਜਾਂ ਇਉਂ ਵੀ ਕਹਿ ਲਈਏ ਜੇ ਅਗਰ ਤਾਂ ਅਤੀ ਕਥਨੀ ਨਹੀਂ ਹੋਊਗੀ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ, ਅੱਜ ਦਾ ਸ਼ੋਅ ਜਿਹੜਾ ਹੈਗਾ ਮੈਂ ਰਿਕਾਰਡ ਕਰ ਰਿਹਾ, ਉਹ ਸਾਡੇ ਜਨਤਾ ਦੀ, ਸਾਡੇ ਦਰਸ਼ਕ ਨੇ, ਸਾਡੇ ਪੰਜਾਬੀਆਂ ਦੀ, ਉਹਨਾਂ ਦੀ ਮੰਗ 'ਤੇ ਹੀ। ਇੱਕ ਪਿੰਡਾਂ ਦੇ ਵਿੱਚ ਪਹਿਲਾਂ ਹੋਕਾ ਦੇਣਾ ਹੁੰਦਾ ਸੀ, ਜਨਤਾ ਦੀ ਜ਼ੋਰਦਾਰ ਮੰਗ 'ਤੇ ਲੜਾਈ ਮਾਰਟਾਈ ਨਾਲ ਭਰਪੂਰ ਫਿਲਮ ਦੀ ਅਨਾਊਂਸਮੈਂਟ ਹੁੰਦੀ ਸੀ। ਸੋ ਇਹ ਵੀ ਮੈਂ ਕਹਿ ਸਕਦੇ ਹਾਂ ਵੀ ਜਨਤਾ ਦੀ ਮੰਗ 'ਤੇ ਹੀ, ਸਾਡੇ ਦਰਸ਼ਕਾਂ ਦੀ ਮੰਗ 'ਤੇ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਕਿ ਬਹੁਤ ਵਾਰ ਉਹਨਾਂ ਨੇ ਕਿਹਾ, ਪਹਿਲਾਂ ਭੌਰਾ ਸਾਹਿਬ ਦੇ ਪ੍ਰੋਗਰਾਮ ਦੇਖਦੇ ਸੀ, ਭੌਰਾ ਸਾਹਿਬ ਹਰ ਸੋਮਵਾਰ ਜੁੜਦੇ ਸੀ ਪ੍ਰੋਗਰਾਮ ਦੇ ਵਿੱਚ, ਅਤੇ ਹੁਣ ਫਿਰ ਜਿੱਥੇ ਵੀ ਜਾਈਦਾ ਉੱਥੇ ਵੀ ਲੋਕ ਪੁੱਛਦੇ ਨੇ। ਅਤੇ ਅੱਜ ਮੈਂ ਭੌਰਾ ਸਾਹਿਬ ਨੂੰ ਬੇਨਤੀ ਕੀਤੀ ਆ, ਐਸ ਅਸ਼ੋਕ ਭੌਰਾ ਜੀ ਸਾਡੇ ਸਟੂਡੀਓ 'ਚ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਆਨੰਦ ਮਾਣਦੇ ਹਾਂ ਜੀ ਉਹਨਾਂ ਦੀਆਂ ਗੱਲਾਂ ਦਾ। ਜੀ ਭੌਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੱਗੀ ਜੀ, ਤੇ ਜਸ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ, ਧੰਨਵਾਦ ਕਰਦਾ। ਇਹ ਮੰਚ ਜਿਹੜਾ ਆ ਮੈਂ ਇੱਦਾਂ ਸਮਝਦਾ ਕਿ ਮੇਰੇ ਕਲਾਤਮਕ ਕੈਰੀਅਰ 'ਚ ਵਧੀਆ ਰੋਲ ਅਦਾ ਕਰਦਾ ਰਿਹਾ ਜਸ ਪੰਜਾਬੀ। ਸੋ ਮੈਂ ਅਦਾਰੇ ਦਾ ਅਤੇ ਤੁਹਾਡਾ ਧੰਨਵਾਦ ਕਰਦਾ ਜੀ। ਬਹੁਤ ਮਿਹਰਬਾਨੀ ਭੌਰਾ ਸਾਹਿਬ, ਤੁਸੀਂ ਅੱਜ ਸਟੂਡੀਓ 'ਚ ਆਏ ਹੋ। ਅਤੇ ਇੱਕ ਹੋਰ ਚੰਗੀ ਗੱਲ ਇਹ ਆ ਕਿ ਤੁਸੀਂ ਸਾਡੇ ਗੁਆਂਢੀ ਬਣ ਗਏ, ਸਟੂਡੀਓ ਦੇ ਗੁਆਂਢੀ ਬਣ ਗਏ। ਕਿਤੇ ਨਾ ਕਿਤੇ ਤਾਂ ਥੋੜ੍ਹਾ ਜਿਹਾ ਪੱਕਾ ਟਿਕਾਣਾ ਬੰਦੇ ਨੂੰ ਬਣਾ ਲੈਣਾ ਚਾਹੀਦਾ। ਹਾਂਜੀ, ਨਹੀਂ ਵਧੀਆ। ਪਰ ਅਸੀਂ ਇਸ ਸ਼ਹਿਰ ਦੀ ਜੇ ਗੱਲ ਕਰੀਏ ਪਹਿਲਾਂ, ਤਾਂ ਇਹ ਮੇਰੇ ਖਿਆਲ ਆ ਵੀ ਕੈਲੀਫੋਰਨੀਆ ਦਾ ਕਹਿ ਲਈ ਜਾਂ ਇਹਨੇ ਆਲੇ ਦੁਆਲੇ ਦੀਆਂ ਕਾਉਂਟੀਜ਼ ਦਾ ਸਭ ਤੋਂ ਫਾਸਟ ਗਰੋਇੰਗ ਸਿਟੀਜ਼ ਹੈਗੇ ਨੇ ਇਹ, ਲੈਥਰੋਪ। ਹਾਂ, ਫਾਸਟ ਗਰੋਇੰਗ ਵੀ ਕਹਿ ਸਕਦੇ ਹਾਂ ਵੀ ਉੱਦਾਂ ਨਾ ਚੰਗਾ ਵੀ ਲੱਗਦਾ ਸ਼ਹਿਰ, ਜਿੱਦਾਂ ਸਾਰਾ ਕੁਝ ਨਵਾਂ ਆ ਜੀ। ਅਤੇ ਸਾਨੂੰ ਤਾਂ ਚੰਗਾ ਇਸ ਕਰਕੇ ਵੀ ਲੱਗਦਾ ਰਹਿੰਦਾ ਵੀ ਸਾਡਾ ਪਿਆਰਾ ਮਿੱਤਰ ਮੇਅਰ ਨੇ ਇੱਥੇ। ਹਾਂਜੀ, ਪੰਜਾਬੀ ਮੇਅਰ, ਔਰ 5 ਟਰਮਾਂ ਹੋ ਗਈਆਂ ਲਗਾਤਾਰ, 25 ਸਾਲ ਹੋ ਗਏ। ਸੋਨੀ ਧਾਲੀਵਾਲ ਜੀ। ਹਾਂਜੀ, ਸੋ ਇਸ ਕਰਕੇ ਸ਼ਹਿਰ ਜਿਹੜਾ ਆ ਇੱਥੇ ਉਹ ਤਾਂ ਮਿੱਥ ਕੇ ਆਏ ਹਾਂ ਅਸੀਂ, ਸਾਨੂੰ ਚੰਗਾ ਲੱਗਦਾ। ਹਾਂਜੀ, ਅਤੇ ਦੂਜੀ ਗੱਲ ਇਹ ਭੌਰਾ ਸਾਹਿਬ, ਇਸ ਸ਼ਹਿਰ ਦੀ ਗੱਲ ਕਰ ਲਈਏ, ਵੈਸੇ ਹੋਰ ਵੀ ਬਹੁਤ ਸ਼ਹਿਰ ਐਸੇ ਹੋਣਗੇ ਜਿਹੜੇ ਅਗਰ ਅਸੀਂ ਇਹਨਾਂ ਦੀ ਚੈੱਕ ਕਰੀਏ ਨਾ ਉੱਤੇ ਕ੍ਰਾਈਮ ਰਿਪੋਰਟ ਤੇ ਜ਼ੀਰੋ ਹੈ, ਇਹਦੀ ਕ੍ਰਾਈਮ ਰਿਪੋਰਟ ਜ਼ੀਰੋ ਆ। ਦੂਜਾ ਇਹਦੇ 'ਚ ਹਜੇ ਜਿਹੜੇ ਹੋਮਲੈਸ ਵਗੈਰਾ ਹੈਗੇ ਆ ਉਹ ਬਿਲਕੁਲ ਨਹੀਂ ਹੈਗੇ, ਅਤੇ ਵੇਅਰ ਹਾਊਸ ਅਤੇ ਸਟੋਰ ਧੜ ਇੱਥੇ ਬਹੁਤ ਵੱਡੇ ਆ ਰਹੇ ਆ। ਹਾਂਜੀ, ਇੱਕ ਜੱਗੀ ਜੀ, ਮੈਂ ਜਦੋਂ ਅਮਰੀਕਾ ਦੀ ਧਰਤੀ 'ਤੇ ਉਤਰਿਆ ਸੀਗਾ ਪਹਿਲੀ ਵਾਰੀ ਜੀ, ਅਤੇ ਮੈਂ ਇਸੇ ਸ਼ਹਿਰ 'ਚ ਸਿੱਧਾ ਆਇਆ ਸੀ। ਅੱਛਾ, ਇਸ ਸ਼ਹਿਰ 'ਚ ਉਦੋਂ ਕੌਣ ਸੀ ਫਿਰ? ਇੱਥੇ ਸਾਡਾ ਮਿੱਤਰ ਨੇ ਸਰਬਜੀਤ ਸਿੰਘ ਮਾਲ ਹੁਰੀ। ਹਾਂਜੀ, ਸਾਡੇ ਗੁਆਂਢੀ ਵੀ ਆ। ਅੱਛਾ, ਅਸੀਂ ਇਕੱਠੇ, ਉਹਦਾ ਬੜਾ ਭਰਾ ਜਸਵੀਰ ਮੇਰੇ ਨਾਲ ਪੜ੍ਹਦਾ ਸੀਗਾ। ਸੋ ਅਸੀਂ, ਮੈਂ ਪਹਿਲਾਂ ਆਉਂਦਾ ਹੀ ਸਰਬਜੀਤ ਹੋਣਾ ਕੋਲ ਇੱਥੇ 1.5-2 ਮਹੀਨੇ ਰਿਹਾ। ਮਤਲਬ ਇਹ ਸ਼ਹਿਰ ਮੈਨੂੰ ਤਾਂ ਵੀ ਚੰਗਾ ਕਿ ਜਦੋਂ ਅਮਰੀਕਾ 'ਚ ਆਇਆ ਸੀ, ਪਹਿਲਾਂ ਇਸੇ ਸ਼ਹਿਰ 'ਚ ਆਇਆ ਸੀ। ਵਧੀਆ ਜੀ, ਲਗਾਓ ਹੋ ਜਾਂਦਾ। ਹਾਂਜੀ, ਅੱਛਾ, ਮੈਂ ਵੀ ਪਹਿਲਾਂ ਕੈਲੀਫੋਰਨੀਆ ਆਇਆ ਸੀ ਅਤੇ ਨਿਊਯਾਰਕ ਤੋਂ ਹੋ ਕੇ ਫਿਰ ਵਾਪਸ ਕੈਲੀਫੋਰਨੀਆ ਇਸ ਏਰੀਏ ਜੀ ਸੀਗੇ ਨੇੜੇ। ਚਲੋ, ਇਹ ਗੱਲਾਂ ਪਤਾ ਹੋ ਗਈਆਂ। ਅਸੀਂ ਅੱਜ ਗੱਲ ਕਰਨੀ, ਮੈਂ ਇੱਕ ਕਵਿਤਾ ਤੁਹਾਡੀ ਸ਼ੁਰੂ ਕੀਤੀ ਸੀ, ਮੁਰਗੀ ਪਿੱਛੇ ਮੁਰਗੇ ਨੂੰ ਕਿਉਂ ਦਿੰਦਾ ਏ ਬਾਂਗ। ਸੁਬਹ ਜਗਾਵੇ ਜਿਨ੍ਹਾਂ ਨੂੰ ਤੇ ਆਥਣੇ ਦਿੰਦੇ ਛਾਂਗ। ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਕਵਿਤਾ ਹੈਗੀ ਆ, ਅਤੇ ਇਹ ਪੂਰੀ ਤੁਸੀਂ ਕਰ ਦਿਓਗੇ? ਉਹ ਮੈਂ ਕਰਦਾ ਥੋੜ੍ਹਾ ਜਿਹਾ। ਹਾਂਜੀ ਜੱਗੀ ਜੀ, ਅਸਲ 'ਚ ਨਾ ਜਦੋਂ ਅਸੀਂ ਛੋਟੇ ਸੀਗੇ ਜੀ, ਸਾਰਿਆਂ ਮੇਰੇ ਨਾਲ ਕੋਈ ਖਾਸ ਨਹੀਂ ਵਰਤਾਰਾ, ਸਾਰਿਆਂ ਨਾਲ ਇੱਕੋ ਜਿਹਾ ਹੀ ਆ ਵੀ ਅਸੀਂ ਜਦੋਂ ਨਾ ਸਾਡੀ ਮਾਂ ਨੇ ਕਹਿਣਾ ਵੀ ਹੁਣ ਤਾਂ ਮੁਰਗਾ ਵੀ ਬੋਲਣ ਲੱਗ ਪਿਆ, ਤੂੰ ਉੱਠਦਾ ਨਹੀਂ, ਹੈ ਨਾ। ਹਾਂਜੀ, ਅਤੇ ਸਾਡਾ ਨਾ ਇਹ ਜੁੜਿਆ ਰਿਹਾ ਜਿਹੜਾ ਪੇਂਡੂ ਕਲਚਰ ਹੈ, ਘੜੀਆਂ ਨਹੀਂ ਸੀਗੀਆਂ ਜਾਂ ਹੋਰ ਹੈ ਵੀ ਜਦੋਂ ਮੁਰਗੇ ਨੇ ਵਾਂਗ ਦੇ ਦਿੱਤੀ ਤੇ ਸਮਝ ਲਓ ਦਿਨ ਚੜ੍ਹ ਗਿਆ, ਹੈ ਨਾ। ਦਿਨ ਚੜ੍ਹ ਗਿਆ। ਉਦੋਂ ਪਹਿਲਾਂ ਵੀ ਘੜੀਆਂ ਕੁੜੀਆਂ ਤਾਂ ਹੁੰਦੀਆਂ ਨਹੀਂ ਸੀ, ਮੁਰਗੇ ਦੀ ਵਾਂਗ ਨਹੀਂ ਉੱਠ ਕੇ ਇਹ ਸਮਝਦੇ ਸੀਗੇ ਵੀ ਉੱਠ ਜਾਓ, ਆਪਣਾ ਕੰਮ ਧੰਦਾ ਸ਼ੁਰੂ ਕਰ ਲਓ ਜੀ। ਮੇਰੇ ਮਨ 'ਚ ਇੱਦਾਂ ਸੀਗਾ ਕਿ ਕਿਤੇ ਮੈਂ ਪੰਛੀਆਂ ਦੇ ਬਹਾਨੇ 'ਚ ਕਈ ਗੱਲਾਂ ਕਰਦਾ ਰਹਿਣਾ, ਅਤੇ ਵੀ ਮੁਰਗੇ ਨੂੰ ਕਹਿੰਦੀ ਆ ਵੀ ਤੂੰ ਇਹ ਕਾਹਤੇ ਵਾਂਗ ਦਿੰਦਾ ਜੀ।
ਉਹ ਕਹਿੰਦਾ ਵੀ ਮੈਂ ਤਾਂ ਦਿੰਦਾ ਵੀ ਲੋਕੀ ਜਿਹੜੇ ਆ ਸੁੱਤੇ ਨਾ ਰਹਿ ਜਾਣ ਕਿਤੇ, ਮਤਲਬ ਮੁਰਗੇ ਨੂੰ ਵਹਿਮ ਹੈ ਵੀ ਸ਼ਾਇਦ ਮੈਂ ਹੀ ਦੁਨੀਆ ਨੂੰ ਠਾਲਦਾ ਜੀ। ਤੇ ਉਹ ਕਹਿੰਦੀ ਵੀ ਇਹ ਹੁਣ ਤਾਂ ਲੋਕਾਂ ਨੇ 2-2 ਫੋਨ ਰੱਖੇ ਹੋ, ਆ ਘੜੀਆਂ, ਹੁਣ ਤਾਂ ਟਾਈਮ ਦੀ ਕੋਈ ਗੱਲ ਹੀ ਨਹੀਂ ਰਹੀ, ਅਲਾਰਮ ਲੱਗ ਜਾਂਦੇ, ਲੋਕੀ ਉੱਠ ਜਾਂਦੇ ਆ। ਉਹ ਮਤਲਬ ਮੁਰਗੀ, ਉਹ ਮੈਂ ਉਹਨਾਂ ਦਾ ਜਿਹੜਾ ਆਪਸ ਵਿੱਚ ਡਾਇਲੋਗ ਸੀ, ਡਿਲੀਵਰੀ, ਉਹਨੂੰ ਕਵਿਤਾ ਦਾ ਰੂਪ ਵਿੱਚ ਜੀ ਕਿ ਮੈਂ ਇੱਕ ਉਹ ਸੁਣਾਉਣ ਤੋਂ ਪਹਿਲਾਂ ਵੀ ਕੁਛ ਨਾ ਜਾਨਵਰ ਜਿਹੜੇ ਆ ਉਹ ਮੈਨੂੰ ਇੱਦਾਂ ਲੱਗਦਾ ਕਿ ਰੱਬ ਨੇ ਖਾਣ ਲਈ ਬਣਾਏ ਆ, ਇਸ ਕਰਕੇ ਮੁਰਗੇ ਦੀ ਵੀ ਬਹੁਤੀ ਉਮਰ ਨਹੀਂ ਹੁੰਦੀ ਜੀ। ਤੇ ਹੁਣ ਤਾਂ ਜਿਹੜੀ ਸਪੈਸ਼ਲ ਕੈਟੇਗਰੀ ਹੈਗੀ ਆ ਉਹ ਬਣੀ ਦੀ ਹੀ, ਉਹਨਾਂ ਨੇ ਕੋਈ ਆਂਡੇ ਵਗੈਰਾ ਨਹੀਂ, ਜੇ ਕਾਰਖਾਨੇ ਲੱਗੇ ਹੋਏ ਨਾ, ਇਹਦਾ ਮਤਲਬ ਮਨੁੱਖੀ ਜੀਵ ਦੇ ਸਵਾਦ ਲਈ ਇਹ ਸਾਰਾ ਕੁਝ ਹੋ ਰਿਹਾ। ਸੋ ਉਹ ਹੈਗਾ ਕਿ ਮੁਰਗੀ ਪੁੱਛੇ ਮੁਰਗੇ ਨੂੰ ਕਿਉਂ ਦੇਣਾ ਇਹ ਵਾਂਗ ਜੀ, ਤੇ ਸੁਬਾਹ ਜਗਾਉਣਾ ਜਿਨ੍ਹਾਂ ਨੂੰ ਆਥਣੇ ਦਿੰਦੇ ਸ਼ਾਂਗ ਜੀ, ਕਿ ਪਹਿਲਾਂ ਤੈਨੂੰ ਭੁੰਨ ਕੇ ਫਿਰ ਲਾਉਂਦੇ ਨੇ ਪੈਗ ਜੀ, ਤੇ ਝੱਲੇ ਨਹੀਂ ਹੋ ਜਾਮਦੇ ਜਦੋਂ ਚਰੂੜਨ ਲੈਗ ਜੀ। ਉਹ ਕਹਿੰਦੇ ਵੀ ਮੈਂ ਤਾਂ ਚੱਲ ਨਹੀਂ ਹੁੰਦੇ, ਮੈਂ ਤਾਂ ਦੇਖਣੇ ਮੈਂ ਕਰਾਂਗੀ, ਹੈ ਨਾ। ਉਹ ਫਿਰ ਕਹਿੰਦੀ ਆ ਵੀ ਛੱਡ ਦੇ ਤੂੰ ਵੀ ਕੰਮ ਪੁਰਾਣੇ, ਮਾਡਰਨ ਥੋੜਾ ਹੋ ਮਾਈਆ, ਇਹ ਟਾਈਮ ਟੂਮ ਦੀ ਗੱਲ ਰਹੀ ਨਾ, ਫੋਨ ਰੱਖੇ ਦੋ ਮਾਈਆ। ਬਿਲਕੁਲ। ਤੇ ਉਹ ਪਹੁੰਚੇ ਦੇ ਵਿੱਚ ਪੈਰ ਪਸਾ ਕੇ ਮੁਰਗੀ ਗਲ ਨਾਲ ਲਾਈ, ਤੇ ਮੁਰਗੇ ਭਰੀਆਂ ਅੱਖਾਂ, ਤੇ ਮੁਰਗੀ ਮੈਨੂੰ ਇੱਥੇ ਥੋੜਾ ਜਿਹਾ ਉਹ ਕਹਿੰਦੀ ਆ ਵੀ ਹੁਣ ਆਪਾਂ ਕੀ ਕਰੀਏ, ਹੈ ਨਾ, ਵੀ ਆਪਾਂ ਕਿਤੇ ਧਰਨਾ ਦਿੰਦੇ ਆ, ਹੈ ਨਾ। ਉਹ ਕਹਿੰਦੀ ਵੀ ਰੱਬ ਜਾਣੇ ਜੀ, ਇੱਦਾਂ ਲੱਗਦਾ ਸਾਰੀ ਉਮਰੇ ਜੀ ਇਉਂ ਹੀ ਪਊਗਾ ਮਰਨਾ, ਵੀ ਇੱਦਾਂ ਲੱਗਦਾ ਸਾਰੀ ਉਮਰੇ ਇਉਂ ਹੀ ਪਊਗਾ ਮਰਨਾ, ਵੀ ਦਿੱਲੀ ਤੱਕ ਕਿਸੇ ਜਾਣ ਨਹੀਂ ਦੇਣਾ, ਕਿੱਥੇ ਲਾਈਏ ਧਰਨ। ਮੁਰਗਾ ਨੂੰ ਕਹਿੰਦਾ ਵੀ 9000 ਵਾਂਗੂ ਆਪਾਂ ਜੰਤਰ ਮਾਤਾ ਤੇ ਚੱਲ ਪੈਂਦੇ ਆ। ਤੇ ਉਹ ਕਹਿੰਦੀ ਵੀ ਦਿੱਲੀ ਤੱਕ, ਕਹਿੰਦੀ ਬੰਦਿਆਂ ਦੇ ਤਾਂ ਸਾਨੂੰ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ, ਵੀ ਤੁਹਾਨੂੰ ਦਿੱਲੀ ਕੌਣ ਜਾਊਗਾ। ਇਵੇਂ ਜੱਗੀ ਜੀ, ਮੈਂ ਚਾਹੁੰਦਾ ਹੁੰਦਾ ਕਿ ਕੋਈ ਜਿਹੜੀ ਨਾ ਲਿਖਤ ਕੋਈ ਵੀ ਆ, ਚਾਹੇ ਉਹ ਵਾਰਤਕ ਹੈ, ਚਾਹੇ ਉਹ ਪੋਇਟਰੀ ਆ ਜੀ, ਉਹ ਕੁਛ ਨਾ ਕੁਛ ਉਹਦੀ ਡਿਲੀਵਰੀ, ਮਤਲਬ ਮੈਸੇਜ ਕਨਵੇ ਹੋਣਾ ਚਾਹੀਦਾ। ਮੈਂ ਨਾ ਇੱਕ ਹਰ ਬੰਦੇ ਦੀ ਆਪਣੀ ਢੰਗ ਹੈ, ਜੇ ਤੁਸੀਂ ਗੱਲ ਕਿਸੇ ਨੂੰ ਸਿੱਧੀ ਕਹੋਗੇ, ਜ਼ਮਾਨਾ ਨਹੀਂ ਰਿਹਾ, ਲੋਕੀ ਗਲ ਪੈ ਜਾਂਦੇ ਆ ਜੀ, ਤੇ ਜੇ ਤੁਸੀਂ ਵਿੰਗੀ ਟੇਢੇ ਢੰਗ ਨਾਲ ਕਰ ਦੋਗੇ। ਮੈਂ ਅੱਜ ਇੱਕ ਗੱਲ ਕਰ ਰਿਹਾ ਸੀਗਾ ਵੀ ਬੰਦੇ ਦੇ ਨਾ ਚਿਹਰੇ ਤੇ ਜੀ ਮੀਟਰ ਲੱਗਿਆ ਹੋਇਆ, ਮੀਟਰ ਲੱਗਿਆ, ਮੈਂ ਦੱਸਣ ਲੱਗਾ ਵੀ ਅੱਖਾਂ ਤੋਂ ਪਤਾ ਲੱਗ ਜਾਂਦਾ ਬੰਦਾ ਕੀ ਆ ਜੀ, ਕੱਲੀ ਪੀਤੀ ਦਾ ਨਹੀਂ ਪਤਾ ਲੱਗਦਾ, ਉੱਦਾਂ ਵੀ ਪਤਾ ਲੱਗ ਜਾਂਦਾ ਬੰਦਾ ਕੀ ਆ। ਅੱਛਾ, ਬੰਦੇ ਦਾ ਚਿਹਰਾ ਮੋਹਰਾ ਜਿਹੜਾ ਉਹ ਦੱਸ ਦਿੰਦਾ ਵੀ ਖੁਸ਼ ਮਾਹੌਲ 'ਚ ਹੈ ਕਿ ਉਦਾਸ ਮਾਹੌਲ 'ਚ ਹੈ। ਜੇ ਬੰਦੇ ਦਾ ਜਿਹੜਾ ਨੱਕ ਜਿਹੜਾ ਆ ਨਾ, ਹੱਥ ਦਾ ਘੁੰਮਣਾ, ਅੱਖ ਦਾ ਫਰਕਣਾ ਤੇ ਨੱਕ ਦੀ ਡਾਇਰੈਕਸ਼ਨ ਜਿਹੜੀ ਉਹ ਦੱਸ ਦਿੰਦੀ ਆ ਜੀ ਵੀ ਇਹਨੂੰ ਸੰਗ ਸੁੰਗ ਕਿੰਨੀ ਕਾਉਂਦੀ ਆ। ਅੱਛਾ, ਇੱਕ ਬੜੀ ਵਧੀਆ ਗੱਲ ਦੱਸਦਾ ਵੀ ਜੇ ਬੰਦੇ ਦੇ ਨਾ ਸਪੋਜ਼ ਕਰ ਲਓ ਕਿ ਜੇ ਬੰਦੇ ਦੇ ਠੋਡੀ ਨਾ ਹੁੰਦੀ, ਬਾਕੀ ਤਾਂ ਗੱਲਾਂ ਛੱਡੋ, ਜੇ ਬੰਦੇ ਤੇ ਠੋਡੀ ਨਾ ਹੁੰਦੀ ਤਾਂ ਕਿੱਦਾਂ ਦਾ ਲੱਗਦਾ ਬੰਦਾ ਨਾ। ਅਸਲ 'ਚ ਠੋਡੀ ਨਾਲ ਹੀ ਬੰਦੇ ਦੀ ਪਰਸਨੈਲਿਟੀ ਹੈ। ਬਿਲਕੁਲ ਜੀ। ਮਤਲਬ ਇੱਕ ਨਾ ਜਿਹੜੀਆਂ ਨਾ ਰੱਬ ਨੇ ਤੁਹਾਨੂੰ ਇੱਕ ਵਾਰੀ ਗੱਲ ਮੈਂ ਇੱਕ ਕਿਤਾਬ ਲਿਖੀ ਨੈਣ ਨਕਸ਼, ਤੇ ਮੈਨੂੰ ਨਾ ਕਹਿੰਦੇ ਭਈ ਇਹ ਨੈਣ ਨਕਸ਼ ਕੀ ਆ। ਮੈਂ ਕਿਹਾ ਤੁਸੀਂ ਦੱਸੋ। ਮੈਂ ਕਿਸੇ ਤੋਂ ਪੁੱਛਿਆ ਵੀ ਨੈਣ ਨਕਸ਼ ਕੀ ਹੁੰਦੇ ਆ, ਵੀ ਕਿਸੇ ਨੱਕ ਤਿੱਖਾ ਆ, ਅੱਖਾਂ ਬਿੱਲੀਆਂ ਆ, ਜਾਂ ਕਿੱਦਾਂ ਰੰਗ ਗੋਰਾ, ਇਹ ਨੈਣ ਨਕਸ਼ ਹੈ। ਮੈਨੂੰ ਕਿਹਾ ਇਹ ਨੈਣ ਨਕਸ਼ ਨਹੀਂ ਹੈਗੇ। ਨੈਣ ਨਕਸ਼ ਇਹ ਆ ਕਿ ਰੱਬ ਨੇ ਨੈਣ ਨਕਸ਼ ਬਣਾਏ ਕਿਵੇਂ ਆ ਜੀ, ਕਿ ਤੁਹਾਡੇ ਸਿਰ 'ਚ ਦਿਮਾਗ ਹੈ, ਸਾਰੀਆਂ ਜਿੱਦਾਂ ਨਾ ਉਹ ਜੰਕਸ਼ਨ ਤਾਰਾਂ ਵਾਂਗ ਉਹ ਨਾ ਟੈਲੀਫੋਨ ਵਾਲੀਆਂ ਹੁੰਦੀਆਂ, ਉਹ ਜੰਕਸ਼ਨ ਦੇ ਉੱਪਰ ਤੁਹਾਡਾ ਦਿਮਾਗ ਪਿਆ ਜਿਹੜਾ 24 ਘੰਟੇ ਕੰਮ ਕਰਦਾ। ਉੱਥੋਂ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੇ ਚੀਚੀ 'ਚ ਪੈਰ ਦੀ ਚੀਚੀ 'ਚ ਖਾਜ ਹੁੰਦੀ ਹੈ, ਕਿਸ ਜਗ੍ਹਾ 'ਤੇ ਡਾਇਰੈਕਸ਼ਨ ਆਉਂਦੀ ਹੈ। ਬਿਲਕੁਲ ਬਿਲਕੁਲ। ਤਾਂ ਹੀ ਅਸੀਂ ਮੱਥਾ ਟੇਕਦੇ ਹਾਂ ਵੀ ਸਾਨੂੰ ਦਿਮਾਗ ਸਾਡਾ ਉੱਥੇ ਆ, ਵੀ ਦਿਮਾਗ ਜਿਹੜਾ ਸਿਰ ਕਰਕੇ ਅਸੀਂ ਤਾਂ ਮੱਥਾ ਟੇਕਦੇ ਹਾਂ। ਬਿਲਕੁਲ। ਮੱਥੇ ਦੇ ਥੱਲੇ ਅੱਖਾਂ ਨੇ,
ਦਿਮਾਗ ਤੇ ਦਿਲ ਦਾ ਆਪਸ ਵਿੱਚ ਇੰਟਰਲਿੰਕ ਹੈ ਜੀ। ਅੱਖਾਂ ਦਿਮਾਗ ਨੂੰ ਦੱਸਦੀਆਂ ਵੀ ਕੀ ਹੋ ਰਿਹਾ ਸਾਹਮਣੇ, ਦਿਮਾਗ ਦਿਲ ਨੂੰ ਦੱਸਦਾ। ਫਿਰ ਪਿਆਰ ਦੀ ਕਹਾਣੀ, ਅੱਖਾਂ ਕਹਿੰਦੇ ਨਾ ਵੀ ਅੱਖਾਂ ਦੀ ਕਹਾਣੀ ਨਹੀਂ ਉਹ ਜਾਣਦਾ, ਕੱਢੇ ਅੱਖਾਂ 'ਚ ਕਸੂਰ, ਅੱਲੜਾਂ ਦੀ ਅੱਖ ਵਿੱਚ ਸੋਹਣਿਆ ਸੰਗ ਹੁੰਦੀ ਹੈ ਜ਼ਰੂਰ। ਵਾਹ ਜੀ ਵਾਹ। ਅੱਖਾਂ 'ਚ ਗਰੀਬ ਦੇ ਉਦਾਸੀਆਂ ਤੇ ਉਮੀਦਾਂ 'ਚ ਲਾਚਾਰੀ, ਵਿਧਵਾ ਦੀ ਅੱਖ ਨਾਲ ਹੁੰਦੀ ਹੈ ਕੋਸੇ ਹੰਝੂਆਂ ਦੀ ਯਾਰੀ। ਮਤਲਬ ਜਿਹੜਾ ਨਾ ਤੁਸੀਂ ਅੱਖਾਂ ਤੁਹਾਡੇ ਦਿਮਾਗ ਦੇ ਥੱਲੇ ਆ। ਅੱਛਾ, ਰੱਬ ਨੇ ਨੱਕ ਕਹਿੰਦੇ ਸਾਇੰਟੀਫਿਕ ਨਜ਼ਰੀਏ ਨਾ ਵੀ ਜੇ ਇਹ ਨੱਕ ਉੱਪਰ ਹੁੰਦਾ ਸਾਹ ਲੈਣ ਲਈ ਤਾਂ ਦਿਮਾਗ ਨੂੰ ਹੋਰ ਵੀ ਵਧੀਆ ਹੋਣਾ ਸੀ, ਪਰ ਕਿਉਂਕਿ ਅੱਖਾਂ ਤੋਂ ਥੱਲੇ ਨੱਕ ਇਸ ਕਰਕੇ ਕਿ ਬੰਦੇ ਨੂੰ ਸੰਗ ਆਉਂਦੀ ਰਹੇ ਵੀ ਤੇਰੇ ਮੂੰਹ ਤੇ ਨੱਕ ਨੱਕ ਦਾ ਤਾਂ ਨੱਕ ਨਾ ਕਟਵਾ ਦੀ ਕਹਿੰਦੇ ਨੇ ਹੁੰਦੇ ਨੇ। ਅੱਛਾ, ਨੱਕ ਤੋਂ ਥੱਲੇ ਮੂੰਹ ਆ, ਉੱਪਰਲੇ ਸਾਰੇ ਫੰਕਸ਼ਨਾਂ ਤੋਂ ਬਾਅਦ ਮੂੰਹ ਦੀ ਵਾਰੀ ਆਉਂਦੀ ਆ ਕਿ ਤੁਸੀਂ ਮੂੰਹ ਖੋਲਣਾ ਕਿ ਨਹੀਂ ਖੋਲਣਾ ਤੇ ਕਿੰਨਾ ਕੁ ਖੋਲਣਾ। ਕੀ ਬਾਤ। ਇਹ ਨੈਣ ਨਕਸ਼ਾ ਜ਼ਿੰਦਗੀ ਦੇ। ਹੁਣ ਮੈਂ ਜਿੱਦਾਂ ਨਾ ਜਦੋਂ ਅਸੀਂ ਆਏ, ਮੈਂ ਗੀਤ ਵਿੱਚ ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦੇਰ ਭਾਵੇਂ ਮੱਝ ਚੁੰਘ ਜੇ, ਹੈ ਨਾ। ਜੇਠਾਂ ਬਾਰੇ ਤੁਸੀਂ ਵੀ ਇਸ ਖੇਤਰ 'ਚ ਨੇ, ਜੇਠਾਂ ਬਾਰੇ ਛੜਿਆਂ ਜੇਠਾਂ ਬਾਰੇ ਬੜਾ ਹੁੰਦਾ ਸੀਗਾ। ਹਾਂਜੀ, ਗਾਣੇ ਵੀ ਛੜੇ ਇੱਕ ਦੋ ਪਿੰਡ 'ਚ ਹੁੰਦੇ ਵੀ ਸੀਗੇ, ਜ਼ਿਆਦਾ ਵੀ ਹੁੰਦੇ ਸੀਗੇ। ਹਾਂਜੀ, ਮੈਂ ਨਾ ਜਦੋਂ ਦੇ ਛੜੇ ਵੱਡੀਆਂ ਪੋਸਟਾਂ 'ਤੇ ਚਲੇ ਗਏ ਉਦੋਂ ਦਾ ਛੜਿਆਂ ਦੀ ਰਿਸਪੈਕਟ ਵੱਧ ਗਈ। ਹਾਂਜੀ, ਜਦੋਂ ਹੁਣ ਮਤਲਬ ਛੜਾ ਸ਼ਬਦ ਜਿਹੜਾ ਬਹੁਤਾ ਸਾਡੇ ਕੋਈ ਦਾ ਨਹੀਂ, ਉਸ ਤਰੀਕੇ ਨਾਲ ਨਹੀਂ। ਹੁਣ ਇੱਦਾਂ ਸਮਝਦੇ ਪਏ ਨੇ ਚੰਗੀ ਕੱਟਣੀ ਆ। ਹਾਂਜੀ, ਵੀ ਆਏ ਤਾਂ ਕਹਿੰਦੇ ਪਏ ਨੇ ਚੰਗੀ ਕੱਟਣੀ। ਹਾਂਜੀ, ਬਿਲਕੁਲ। ਮੈਂ ਨਾ ਦੋ ਛੜੇ ਆ, ਨਾਜਰ ਤੇ ਜਾਗਰ। ਮਾਲਵੇ 'ਚ ਆਮ ਤੌਰ ਤੇ ਨਾ ਨਾਜਰ ਜਾਗਰ ਇੱਕ ਆਮ ਕਰੈਕਟਰ ਹੈ, ਅਮਲੀਆਂ 'ਚ ਵੀ ਛੜਿਆਂ 'ਚ ਵੀ। ਜੀ ਬਿਲਕੁਲ। ਵੀ ਉਹ ਕਿਤੇ ਇਕੱਠੇ ਹੋ ਗਏ, ਉਹਨਾਂ ਨੂੰ ਨਹੀਂ ਪਤਾ ਵੀ ਅੱਛੇ ਦਿਨਾਂ ਦਾ ਕੀ ਮਤਲਬ ਹੈ। ਉਹ ਇੱਕ ਦੂਜੇ ਨੂੰ ਪੁੱਛਦੇ ਆ ਵੀ ਜਦੋਂ ਨਾ ਰਾਜਸਥਾਨ ਬਾਰਡਰ ਤੇ ਭੁੱਕੀ ਪਾਕੀ ਸੀਲ ਕਰਤੀ, ਇੱਕ ਵਾਰੀ ਇਦਾਂ ਦਾ ਸਮਾਂ ਆਇਆ ਸੀਗਾ ਵੀ ਬਾਰਡਰ ਹੀ ਸੀਲ ਕਰਤੇ। ਹਾਂਜੀ, ਅਮਲੀ ਮਾਰਨ ਲੱਗ ਪਿਆ ਸੀ, ਉਦੋਂ ਇਦਾਂ ਦਾ ਰੌਲਾ ਪੈ ਗਿਆ। ਉਹ ਦੋ ਅਮਲੀ ਨੇ ਜਿਹੜੇ ਨਾ, ਉਹ ਨਾਜਰ ਜਾਗਰ ਦੋਏ ਛੜੇ ਆ ਕਿ ਉਹ ਕਹਿੰਦਾ ਇੱਕ ਦੂਜੇ ਤੇ ਗੱਲ ਲਾ ਕੇ ਰੋਂਦੇ, ਕਹਿੰਦੇ ਵੀ ਨਾਜਰ ਜਾਗਰ ਅਮਲੀ ਦੋਵੇਂ ਫਿਰ ਲਕੀਰ ਨੇ ਪਾਉਂਦੇ, ਇੱਕ ਦੂਜੇ ਗਲ ਬਾਹਾਂ ਪਾ ਕੇ ਦੁੱਖੜੇ ਖੋਲ ਸੁਣਾਉਂਦੇ। ਜੀ, ਨਾਜਰ ਜਾਗਰ ਅਮਲੀ ਉਹ ਦੋਵੇਂ ਫਿਰ ਲਕੀਰ ਨੇ ਪਾਉਂਦੇ, ਇੱਕ ਦੂਜੇ ਗਲ ਬਾਹਾਂ ਪਾ ਕੇ ਦੁੱਖੜੇ ਖੋਲ ਸੁਣਾਉਂਦੇ। ਉਹੀ ਦਰੋਗਾ ਥਾਣਾ ਮੋੜ ਦੇ ਉਸੇ ਚਵਾਰੇ ਉੱਤੇ, ਉਹੀ ਦਰੋਗਾ ਥਾਣਾ ਮੋੜ ਦੇ ਉਹੀ ਉਸੇ ਚਵਾਰੇ ਉੱਤੇ, ਉਹੀ ਗਲੀਆਂ ਉਹੀ ਅਵਾਰਾ ਰੋਜ਼ ਭੌਂਕਦੇ ਕੁੱਤੇ। ਵਾਹ ਜੀ। ਕਿ ਭੁੱਕੀ ਖਾਤਰ ਲਾਉਣ ਨੂੰ ਫਿਰਦੇ ਰਾਜਸਥਾਨ ਨੂੰ ਜਿੰਦਾ, ਇਸੇ ਗੰਬ 'ਚ ਮਰ ਗਿਆ ਆਪਣਾ ਆੜੀ ਪਰਸੋਂ ਛਿੰਦਾ। ਤੇ ਸਾਨੂੰ ਫਾਹੇ ਟੰਗ ਕੇ ਦੇਖੋ ਕੀ ਨਿਕਲਿਆ ਸਿੱਟਾ, ਸੋਨੇ ਦੇ ਭਵਿੱਖ ਦਾ ਅੜਿਆ, ਕਹਿੰਦੇ ਜਿਹਨੂੰ ਚਿੱਟਾ। ਅੱਛਾ, ਗੱਲ ਨਹੀਂ ਬਣਨੀ, ਰਹਿ ਗਏ ਆਪਾਂ ਦੋਵੇਂ ਛੜੇ ਸਦੀਵੀਂ, ਮੋਦੀ ਕਿੱਥੋਂ ਲਿਆ ਦੂ ਆਪਣੀ ਛੱਡੀ ਬੈਠਾ ਤੇ। ਕਹਿੰਦਾ ਤੂੰ ਹੀ ਦੱਸ ਦੇ ਦਿਨ ਕਹਿੰਦਾ ਸੀ ਕਦੋਂ ਆਉਣਗੇ ਅੱਛੇ, ਉਹੀ ਨਾਲਾ ਉਹੀ ਪੁਰਾਣੇ ਧੋ ਪਾਈਏ ਕੱਚੇ। ਸੋ ਇਸ ਕਰਕੇ ਕਈ ਗੱਲਾਂ ਜਿਹੜੀਆਂ ਹੈਗੀਆਂ ਇਦਾਂ ਕਰੈਕਟਰਾਂ 'ਚੋਂ ਆਉਂਦੀਆਂ ਨੇ। ਪਰ ਜਿਹੜੇ ਤੁਹਾਡੇ ਕਾਲਮ ਨੇ, ਜਿਹੜੇ ਪਸੰਦ ਕਰਦੇ ਨੇ ਲੋਕ, ਹਿੱਟ ਨੇ ਕਹਿ ਲਈਏ ਜਿਨ੍ਹਾਂ ਨੂੰ, ਇੱਕ ਤਾਂ ਜਿਵੇਂ ਗੱਲ ਬਣੀ ਕਿ ਨਹੀਂ ਬਣੀ, ਤੁਹਾਡਾ ਕਾਲਮ ਅਕਸਰ ਹੈਗਾ, ਪੜ੍ਹਦੇ ਨੇ ਲੋਕ ਚਾਰ। ਇੱਕ ਜਿਹੜਾ ਕਰਾਰਾ ਪੂਦਨਾ ਸੀ, ਇਸ ਤੋਂ ਪਹਿਲਾਂ ਉਹ ਗੀਤ ਇਹਨਾਂ ਦਾ ਆਇਆ ਸੀ, ਤੇਰਾ ਬੜਾ ਕਰਾਰਾ ਪੂਦਨਾ ਜੁੱਕੇ ਦੀਪ ਜਗਮੋਹਨ ਕੌਰ ਦਾ, ਤੇ ਕਰਾਰਾ ਪੂਦਨਾ ਤੇ ਇਹਦੇ 'ਚ ਦੋਹਾਂ 'ਚ ਕੀ ਫਰਕ ਹੈ? ਗੱਲ ਬਣੀ ਨਹੀਂ, ਕੋਈ ਬਹੁਤਾ ਫਰਕ ਨਹੀਂ ਹੈਗਾ। ਉਹਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਮੈਂ ਕਰਾਰਾ ਪੂਦਨਾ ਸੀਗਾ, ਉਹ ਮੈਂ ਇੰਡੋ ਕੈਨੇਡੀਅਨ ਅਖਬਾਰ ਜਿਹੜੀ ਛਪਦੀ ਆ ਤਾਰਾ ਸਿੰਘ ਹੇਅਰ ਹੋਰਾਂ ਦੀ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਨੂੰ ਵੀ ਇੱਕ ਪੋਇਟਰੀ ਦਿਓ। ਅੱਛਾ, ਉੱਥੇ ਜਿਹੜੀ ਛਪਦੀ ਸੀ ਉਹਦਾ ਨਾਮ ਮੈਂ ਕਰਾਰਾ ਪੂਦਨਾ ਰੱਖ ਲਿਆ। ਉਹ ਮੈਂ ਡਿਫਰੈਂਟ ਲਿਖਦਾ ਸੀ, ਤੇ ਜਿਹੜਾ ਇੱਥੇ ਛਪਦਾ ਸੀਗਾ ਪੰਜਾਬ ਟਾਈਮ 'ਚ, ਉਹ ਮੈਂ ਲਿਖਤਾ ਗੱਲ ਬਣੀ ਕਿ ਨਹੀਂ। ਜੀ, ਅੱਛਾ, ਕਨਸੈਪਟ ਕੀ ਆ ਕਿ ਮੈਂ ਭੂਸ਼ਣ ਧਿਆਨਪੁਰੀ ਹੋਰਾਂ ਨੂੰ ਕਾਫੀ ਪੜ੍ਹਿਆ ਜੀ। ਉਹਨਾਂ ਨੂੰ ਸਿਰਫ ਮੈਂ ਇੱਕ ਡੰਗ ਤੇ ਚੁੱਭਾਂ ਲਿਖਦੇ ਹੁੰਦੇ ਸੀਗੇ, ਉਹਨਾਂ ਦਾ ਬੜਾ, ਉਹਨਾਂ ਨੇ ਹੀਰ ਵੀ ਲਿਖੀ ਹੈ, ਸੂਬਾ ਸਿੰਘ ਚੱਕਰਧਾਰੀ। ਜੀ, ਸੂਬਾ ਸਿੰਘ ਚੱਕਰਧਾਰੀ ਨੇ ਇੱਕ ਹੀਰ ਲਿਖੀ ਆ, ਜਿਹੜੀ ਮਾਡਰਨ ਹੀਰ। ਉਹ ਮਾਡਰਨ ਹੀਰ ਜਿਹੜੀ ਆ, ਉਹਦੇ ਵਿੱਚ ਉਹਨੇ ਲਿਖਿਆ ਵੀ ਭਾਬੀਆਂ ਜਦੋਂ ਰਾਂਝੇ ਨੂੰ ਮਿਹਣੇ ਮਾਰਦੀਆਂ ਤਾਂ ਕਿੱਦਾਂ ਮਾਰਦੀਆਂ। ਅੱਛਾ ਜੀ। ਵੀ ਧੜੀਆਂ ਨੂੰ ਰੋਜ਼ ਬੁਖਾਰ ਚਾੜੇ ਪਿਆ, ਲੰਬੀਆਂ ਤਾਣ ਕੇ ਰਾਂਝਿਆ ਹੋਏ। ਉਹਨੇ ਮਤਲਬ ਇਦਾਂ ਕਿਹਾ ਵੀ ਤਾਂ ਧੜੀ ਅੰਨ ਖਾਂਦਾ, ਮਤਲਬ ਵਿਅੰਗ 'ਚ ਲਿਖਿਆ। ਬਹੁਤ ਵਧੀਆ ਹੀਰ, ਬਹੁਤ ਵਧੀਆ ਜੀ। ਤੇ ਸੂਬਾ ਸਿੰਘ ਚੱਕਰਧਾਰੀ ਦਾ ਜਿਹੜਾ ਕਾਲਮ ਛਪਦਾ ਸੀ ਡੰਗ ਤੇ ਚੁੱਭਾ ਜੀ 'ਚ, ਜੀ,
ਉਹ ਮੈਂ ਪੜ੍ਹਦਾ ਬਹੁਤ ਸੀ। ਉੱਥੋਂ ਮੈਂ ਭੂਸ਼ਣ ਧਿਆਨਪੁਰੀ ਉਹਨਾਂ ਦੀ ਸੰਗਤ 'ਚੋਂ ਪੈਦਲ ਧਿਆਨਪੁਰੀ ਹੁਰੀ ਆਪਣੇ ਥਾਂ ਆ, ਪਰ ਭੂਸ਼ਣ ਧਿਆਨਪੁਰੀ ਦੀ ਜਿਨ੍ਹਾਂ ਨੇ ਕਾਵਿ ਅੰਗ ਪੜ੍ਹੇ ਆ ਉਹਨਾਂ ਦਾ ਇੱਕ ਆਪਣਾ ਸਵਾਦ ਹੈ। ਮੈਂ ਭੂਸ਼ਣ ਧਿਆਨਪੁਰੀ ਤਾਂ ਨਹੀਂ ਬਣ ਸਕਦਾ ਤੇ ਨਾ ਮੈਂ ਸੂਬਾ ਸਿੰਘ ਚੱਕਰਧਾਰੀ ਬਣ ਸਕਦਾ, ਪਰ ਮੈਂ ਕੁਛ ਨਾ ਕੁਛ ਹਾਸ ਵਿਅੰਗ ਲਿਖਣ ਦਾ ਯਤਨ ਕੀਤਾ। ਤੇ ਪਰ ਸਾਹਿਬ ਬ੍ਰੇਕ ਇੱਕ ਲੈਣੀ ਪੈਣੀ ਹੈ ਸਾਨੂੰ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਇਸੇ ਤਰ੍ਹਾਂ ਗੱਲਾਂ ਕਰਾਂਗੇ। ਔਰ ਟਾਈਮ ਦਾ ਪਤਾ ਹੀ ਨਹੀਂ ਲੱਗਿਆ, ਟਾਈਮ ਤਾਂ ਅਜੇ ਗੱਲਾਂ ਸ਼ੁਰੂ ਹੀ ਨਹੀਂ ਹੋਈਆਂ, ਅੱਜ ਪ੍ਰੋਗਰਾਮ ਦਾ ਬਸ ਬੇਸਿਕਲੀ ਸ਼ੁਰੂ ਨਹੀਂ ਹੋਇਆ ਪ੍ਰੋਪਰ, ਪਰ ਟਾਈਮ ਜਿਹੜਾ ਫਟਾਫਟ ਲੰਘੀ ਜਾਂਦਾ ਔਰ ਘਰਾਂ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਬਹੁਤ ਪਸੰਦ ਆਊਗਾ ਅੱਜ ਦਾ ਪ੍ਰੋਗਰਾਮ। ਪਹਿਲਾ ਬ੍ਰੇਕ ਲੈਣ ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਟੂਡੀਓ ਦੇ ਵਿੱਚ ਅੱਜ ਆਏ ਹੋਏ ਨੇ ਸਾਡੇ ਐਸ ਸੁਖ ਭੌਰਾ ਜੀ, ਤੇ ਉਹਨਾਂ ਨਾਲ ਗੱਲਾਂ ਚੱਲ ਰਹੀਆਂ ਨੇ ਬੜੀਆਂ ਮਜ਼ੇਦਾਰ ਤੇ ਬੜੀਆਂ ਇੰਟਰਸਟਿੰਗ ਗੱਲਾਂ ਚੱਲ ਰਹੀਆਂ ਨੇ। ਉਹਨਾਂ ਗੱਲਾਂ ਨੂੰ ਅੱਗੇ ਤੋਰਦੇ ਹਾਂ ਤੇ ਗੱਲ ਕਰਦੇ ਭੌਰਾ ਸਾਹਿਬ ਨਾਲ। ਜੀ ਭੌਰਾ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਬਹੁਤ ਵਧੀਆ ਲੱਗਿਆ। ਅੱਛਾ, ਲਿਖਣ ਦੀ ਜੇ ਗੱਲ ਕਰੀਏ, ਇਹ ਇੱਕ ਕਲਾ ਜਿਹੜੀ ਹੈਗੀ ਹੈ ਜੀ, ਪਰਮਾਤਮਾ ਹਰ ਇੱਕ ਨੂੰ ਨਹੀਂ ਦਿੰਦਾ। ਈਵਨ ਸਾਡੇ ਬਹੁਤ ਸਾਰੇ ਜਿਹੜੇ ਸਿੰਗਰ ਨੇ, ਬਹੁਤ ਲਿਖਣ ਦਾ ਉਹਨਾਂ ਨੂੰ ਕੋਲੇ ਕਲਾ ਨਹੀਂ ਹੈਗੀ, ਤੇ ਤੁਹਾਡੇ ਕੋਲ ਇੱਕ ਤਰ੍ਹਾਂ ਦਾ ਲਿਖਣ ਦੀ ਕਲਾ ਨਹੀਂ ਹੈਗੀ, ਕਈ ਤਰ੍ਹਾਂ ਦਾ। ਤੁਸੀਂ ਪੋਲੀਟੀਕਲੀ ਵੀ ਬਹੁਤ ਲਿਖਿਆ, ਈਵਨ ਉਹ ਤੁਹਾਡਾ ਬਹੁਤ ਹਿੱਟ ਹੋਇਆ ਸੀ ਜੀ ਦੇ ਵਿੱਚ, ਜਿਹੜਾ ਆਪਣਾ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਬਾਰੇ ਕਾਲਮ ਸੀਗਾ, ਉਹ ਵੀ ਸੀਗਾ। ਤੇ ਤੁਸੀਂ ਆਹ ਕਵਿਤਾਵਾਂ ਵਿਅੰਗ ਵੀ ਬਹੁਤ ਲਿਖਿਆ, ਤੇ ਤੁਸੀਂ ਸੀਰੀਅਸ ਰੰਗ ਵੀ ਬਹੁਤ ਲਿਖਿਆ, ਤੇ ਨਾਲ ਦੀ ਨਾਲ ਤੁਸੀਂ ਉਹ ਕੋਈ ਕਲਾਕਾਰ ਐਸਾ ਨਹੀਂ ਹੋਣਾ ਯਮਲਾ ਜੀ ਤੋਂ ਲੈ ਕੇ ਹੁਣ ਤੱਕ ਦਾ ਜਿਹਦੇ ਬਾਰੇ ਤੁਸੀਂ ਨਾਂ ਲਿਖਿਆ ਹੋਵੇ। ਇਹ ਸਾਰੇ ਲਿਖਣ ਦੇ ਵਿੱਚੋਂ ਸਭ ਤੋਂ ਪਹਿਲਾਂ ਸ਼ੁਰੂਆਤ ਕਾਹਦੀ ਹੋਈ ਸੀ? ਕਵਿਤਾਵਾਂ ਦੀ ਹੋਈ ਸੀ, ਜਾਂ ਪਹਿਲਾਂ ਕਲਾਕਾਰਾਂ ਬਾਰੇ ਲਿਖਣਾ ਸ਼ੁਰੂ ਕੀਤਾ ਤੇ ਫਿਰ ਤੁਸੀਂ ਇੱਧਰਲੇ ਪਾਸੇ ਆਏ, ਜਾਂ ਕੁਝ ਹੋਰ ਸੀ? ਨਹੀਂ, ਅਸਲ 'ਚ ਕੀ ਸੀਗਾ ਜੱਗੀ ਜੀ, ਵੀ ਮੇਰੇ ਨਾ ਅੰਦਰ ਤਾਂ ਕੀੜਾ ਇਹ ਸੀਗਾ ਵੀ ਮੈਂ ਦੇਵ ਤਰੀਕਿਆਂ ਵਾਲਾ ਜਾਂ ਬਾਬੂ ਸਿੰਘ ਮਾਨ ਬਣਨਾ ਚਾਹੁੰਦਾ ਸੀਗਾ। ਅੱਛਾ ਜੀ। ਵੀ ਮੇਰੇ ਨਾ ਗੀਤਕਾਰੀ ਮੇਰੇ ਪਹਿਲਾਂ ਸੀਗੀ। ਇਹ ਜਦੋਂ ਕੁਲਦੀਪ ਮਾਣਕ ਦੀ ਦੋਸਤੀ ਜਿਹੜੀ ਆ ਨਾ, ਉਹ ਮੈਨੂੰ ਅਸਲ ਮੈਂ ਕਹਾਣੀਆਂ ਲਿਖੀਆਂ। ਇਸ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਤਸਵੀਰ ਮੈਗਜ਼ੀਨ ਹੁੰਦਾ ਸੀ ਅਜੀਤ ਵਾਲਾ, ਅਜੀਤ ਪ੍ਰਕਾਸ਼ਨ ਦਾ, ਤੇ ਅਜੀਤ ਤੇ ਜਗਬਾਣੀ 'ਚ ਮੇਰੀਆਂ ਕਹਾਣੀਆਂ ਬੜੀਆਂ ਛਪੀਆਂ। ਅੱਛਾ ਜੀ। ਤੇ ਦੇਖੋ, ਛੋਟੀ ਉਮਰ 'ਚ ਮੈਂ ਉਦੋਂ 8 9ਵੀਂ 10ਵੀਂ 'ਚ ਪੜ੍ਹਦਾ ਸੀ, ਕਹਾਣੀਆਂ ਛਪੀਆਂ, ਤੇ ਮੈਨੂੰ ਕਹਾਣੀ ਦੀ ਪੂਰੀ ਬਣਤਾ ਨਹੀਂ ਸੀ ਪਤਾ। ਇੱਕ ਪੰਜਾਬੀ ਟ੍ਰਿਬਿਊਨ 'ਚ ਕਹਾਣੀ ਛਪੀ, ਜਵਾਬੀ ਖਤ, ਉਹਦੀ ਥੋੜ੍ਹੀ ਆਲੋਚਨਾ ਵੀ ਹੋਈ ਵੀ ਇਹਨੂੰ ਕਹਾਣੀ ਦਾ ਨਹੀਂ ਪਤਾ, ਉਹਨੂੰ ਕੀ ਪਤਾ ਕਿ ਮੁੰਡਾ ਹੀ 9ਵੀਂ 10ਵੀਂ 'ਚ ਪੜ੍ਹਦਾ, ਉਹ ਤਾਂ ਪ੍ਰਸਤਾਵ ਨਹੀਂ ਆਉਂਦਾ। ਹਾਂਜੀ। ਅੱਛਾ, ਮਾਣਕ ਕਹਿੰਦਾ ਵੀ ਤੁਸੀਂ ਇੱਧਰ ਯਾਰ ਲਿਖੋ, ਛੱਡੋ ਪਰੇ। ਮੈਂ ਗੀਤ ਲੈ ਕੇ ਗਿਆ ਮਾਣਕ ਨੂੰ। ਅੱਛਾ ਜੀ। ਵੀ 80 ਦੀ 79 ਦੀ ਗੱਲ ਹੋਣੀ ਆ। ਬਲਵੀਰੋ ਭਾਬੀ ਦੇ ਦਿਨਾਂ 'ਚ ਸਾਡੇ ਪਿੰਡਾਂ ਵੱਲ ਸ਼ੂਟਿੰਗ ਹੁੰਦੀ ਸੀਗੀ, ਤੇ ਮੈਂ ਬਲਵੀਰੋ ਭਾਬੀ ਬਾਰੇ ਚੰਗਾ ਲਿਖਿਆ। ਉਹ ਕਹਿੰਦਾ ਤੂੰ ਇਹ ਛੱਡ ਤੇ ਇੱਧਰ ਤੂੰ ਗਾਇਕਾਂ ਬਾਰੇ ਲਿਖ। ਉਹ ਫਿਰ ਮੈਂ ਲਿਖਦਾ ਜੱਗੀ ਜੀ, ਮੇਰਾ ਇੰਨਾ, ਮੈਂ ਇਹ ਗੱਲ ਹਮੇਸ਼ਾ ਮਾਣ ਨਾਲ ਕਹਿੰਦਾ ਹੁੰਦਾ ਕਿ ਮੈਂ ਸਿਰਫ ਗਾਇਕਾਂ ਬਾਰੇ ਨਹੀਂ ਲਿਖਿਆ, ਮੈਂ ਸਿਰਫ ਕੁਲਦੀਪ ਮਾਣਕ ਜਾਂ ਚੰਗੇ ਗਾਇਕਾਂ ਦੀ ਸੰਗਤ ਨਹੀਂ ਕੀਤੀ, ਮੈਂ ਢਾਡੀ ਸੋਹਣ ਸਿੰਘ ਸੀਤਲ ਤੋਂ ਲੈ ਕੇ ਦਇਆ ਸਿੰਘ ਦਿਲਬਰ ਤੇ ਹੁਣ ਤੱਕ ਦੇ ਢਾਡੀਆਂ ਦੇ ਵਿੱਚ ਦੀ ਲੰਘਿਆ। ਹਾਂਜੀ, ਬਿਲਕੁਲ। ਮੇਰੇ ਨਾਲ ਨੇੜਤਾ ਰਹੀ। ਮੈਂ ਜੋਗਾ ਸਿੰਘ ਜੋਗੀ ਕਵੀਸ਼ਰ ਹੋਣਾ ਦਾ ਉਹ ਸਾਰਾ ਹੀ ਜਿਹੜਾ ਕਾਫਲਾ ਸੀ ਉਹਦੇ ਨਾਲ ਵੀ ਵਿਚਰਦਾ ਰਿਹਾ। ਮੈਂ ਜਿਸ ਦੇਵ ਤਰੀਕਿਆਂ ਵਾਲੇ ਨੂੰ ਗੁਰੂ ਧਾਰਨ ਗਿਆ ਸੀ, ਉਹਨੂੰ ਮੈਨੂੰ ਕਿਹਾ ਤੂੰ ਮੇਰਾ ਮਿੱਤਰ ਹੈ, ਛੱਡ ਗੁਰੂ ਨੂੰ। ਅੱਛਾ ਜੀ। ਮੈਂ ਚਿੱਠੀ ਲੈ ਕੇ ਗਿਆ ਸੀ ਇੱਕ ਪ੍ਰਕਾਸ਼ਨ ਦੀ ਗੁਰੂ ਧਾਰਨ ਲਈ, ਤੇ ਜੇ ਮੈਨੂੰ ਜਿਹੜੇ ਬੰਦੇ ਅਜੀਤ 'ਚ ਪੜ੍ਹਦੇ ਸੀ ਉਹ ਕਹਿੰਦੇ ਸ਼ਾਇਦ ਫੁੱਲ ਟਾਈਮ ਇਹੀ ਕੰਮ ਕਰਦਾ। ਤੇ ਮੈਂ ਕੁਛ ਟਾਈਮ ਦੂਰਦਰਸ਼ਨ ਜਲੰਧਰ ਤੇ ਵੀ ਇੰਨਾ ਕੰਮ ਕੀਤਾ, ਲੋਕੀ ਕਹਿੰਦੇ ਸ਼ਾਇਦ ਹੁਣ ਇੱਥੇ ਲੱਗ ਗਿਆ। ਹਾਂਜੀ। ਸੋ ਇੱਦਾਂ ਕਰਦਾ ਮੈਂ ਸਰਕਾਰੀ ਨੌਕਰੀ ਸੀ। ਅੱਛਾ, ਮੇਰੇ ਨਾ ਉਹ ਕੀੜਾ ਜਾਂਦਾ ਰਿਹਾ। ਮੈਂ ਤੁਹਾਨੂੰ ਇੱਕ ਪੜ੍ਹਦੇ ਵਾਲੀ ਗੱਲ ਦੱਸਦਾ, ਮੈਂ ਗੀਤ ਉਹ ਸੁਣਾ ਨਹੀਂ ਸਕਦਾ। ਮੈਂ 9ਵੀਂ 'ਚ ਪੜ੍ਹਦਾ ਸੀ, ਗੀਤ ਬੜੇ ਚੰਗੇ ਮਿਊਜ਼ਿਕ ਡਾਇਰੈਕਟਰ ਦੀ ਡਾਇਰੈਕਸ਼ਨ 'ਚ ਰਿਕਾਰਡ ਹੋ ਗਿਆ। ਉਹ ਜਿਹੜਾ ਗੀਤ ਰਿਕਾਰਡ ਹੋਇਆ ਉਹ ਪੁੱਠਾ ਸਿੱਧਾ ਸੀਗਾ, ਵੀ ਮਤਲਬ ਜਿਹਨੂੰ ਕਹਿ ਸਕਦੇ ਹਾਂ ਦੋ ਅਰਥੀ ਸੀ। ਹੁਣ ਵੀ ਕਿਤੇ ਅਵੇਲੇਬਲ ਹੋਣਾ ਆ, ਪਰ ਇੱਦਾਂ ਲੋਕਾਂ ਨੂੰ ਪਤਾ ਨਹੀਂ ਵੀ ਮੇਰਾ ਲਿਖਿਆ ਹੈ। ਕਿਉਂਕਿ ਉਹ ਅੱਜ ਕੱਲ੍ਹ ਤਾਂ ਫਿਰ ਤੁਸੀਂ ਇਹਨੂੰ ਆਪਣੀ ਪੱਤ ਲਾਉਣ ਵਾਲੀ ਗੱਲ ਹੈ ਨਾ, ਜੇ ਇੱਦਾਂ ਦਾ ਗੀਤ ਕਹੋਗੇ। ਕਈ ਅੱਜ ਕੱਲ੍ਹ ਤਾਂ ਬਹਾਨਾ ਵੀ ਲੱਭਦੇ ਹੁੰਦੇ ਆ ਵੀ ਇਹ ਕਿੱਥੋਂ ਕੋ ਪਤਾ ਲੱਗੇ ਵੀ ਇਹਨੇ ਆਹ ਵੀ ਲਿਖਦਾ ਸੀ। ਪਰ ਮੈਂ ਜੱਗੀ ਜੀ ਇੱਕ ਗੱਲ ਜ਼ਰੂਰ ਆ ਵੀ ਜੇ ਮੈਂ ਇਕੱਲੇ ਗੀਤ ਲਿਖਦਾ ਹੁੰਦਾ ਨਾ ਜੀ, ਤਾਂ ਮੈਂ ਸੱਚੀ ਮੁੱਚੀ ਗੀਤ ਕਮਾਲ ਲਿਖਣੇ। ਮੈਂ ਇਸ ਗੱਲ ਦਾ ਦਾਅਵੇਦਾਰ ਹਾਂ ਜੀ, ਕਿਉਂਕਿ ਮੈਂ ਜਿੰਨੇ ਵੀ ਗੀਤ ਲਿਖਿਆ ਉਹ ਗੀਤ ਸਾਰੇ ਹੀ ਚੱਲੇ ਨੇ, ਚਾਹੇ ਉਹ ਪਮਾ ਡੂਮੇਵਾਲ ਤੱਕ, ਚਾਹੇ ਡਿਊਟ ਵੀ ਆਤਮੇ ਹੁਣੀ ਗਾਇਆ ਮੇਰੇ ਕੋਲ, ਮਿਲਣਾ 'ਚ ਚੱਲਿਆ। ਪਰ ਮੈਂ ਇਹ ਅੰਦਰ ਮੇਰੇ ਨਾ ਇੱਕ ਸ਼ਾਇਰੀ ਦਾ ਕੀੜਾ ਜਿਹੜਾ ਸੀ ਉਹ ਵੀ ਬਰਾਬਰ ਹੀ ਚੱਲਦਾ ਸੀ। ਇੱਕ ਮੈਂ ਦੇਖੋ ਸਪੋਰਟਸ ਖੇਡਾਂ ਦੇ ਏਸ਼ੀਆਈ ਖੇਡਾਂ ਕਵਰ ਕੀਤੀਆਂ, ਓਲੰਪਿਕ ਖੇਡਾਂ ਕਵਰ ਕੀਤੀਆਂ, ਮੈਂ ਖਿਡਾਰੀਆਂ ਬਾਰੇ ਬਹੁਤ ਲਿਖਿਆ। ਮਤਲਬ ਕੋਈ ਐਸੀ ਵਿਧਾ ਨਹੀਂ ਹੈਗੀ ਸਾਹਿਤ ਦੀ ਜਿਹਦੇ 'ਤੇ ਮੈਂ ਤਜਰਬਾ ਨਹੀਂ ਕੀਤਾ, ਤੇ ਮੈਂ ਲਗਭਗ ਸਫਲ ਵੀ ਹੋਇਆ।
ਅੱਛਾ। ਮੇਰਾ ਇੱਕ ਸੁਪਨਾ ਸੀ ਵੀ ਮੈਂ ਕਾਫੀ ਨਾਨ ਜਦੋਂ ਬਣਿਆ 77 ਜਨਾ ਮੈਂ ਇੰਡੀਆ ਸੀਗਾ, ਮੈਂ ਕਾਫੀ ਨਾਨ ਬਾਰੇ ਆਪਣੇ ਸੋਰਸ ਪੈਦਾ ਕਰਕੇ ਲਿਖਿਆ। ਫਿਰ ਮੈਂ ਅਮਰੀਕਾ ਆਇਆ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਜਿੰਨੇ ਵੀ ਮੈਂ 9 ਕਿਸ਼ਤਾਂ ਲਿਖੀਆਂ ਜੀ, ਮੇਰੇ 8 ਜਨਰਲ ਸਕੱਤਰ ਨੇ ਹੁਣ ਤੱਕ ਐਂਟੋਨੀਓ ਤੱਕ, ਤੇ ਵਿਸ਼ਵ ਪੰਚਾਇਤ ਜਿਹੜੀ ਕੀ ਇਹਨੂੰ ਵਿਸ਼ਵ ਪੰਚਾਇਤ ਕਹਿੰਦੇ UN ਨੂੰ, ਉਹਦੇ ਬਾਰੇ ਲਿਖਿਆ। ਸੋ ਮੈਂ ਲਿਖ ਹੀ ਰਿਹਾ। ਤੇ ਇੱਕ ਗੱਲ ਜ਼ਰੂਰ ਕਰਨਾ ਵੀ ਮੈਨੂੰ 45 ਸਾਲ ਹੋ ਗਏ ਲਿਖਦੇ ਨੂੰ, ਅੱਜ ਤੱਕ ਕਦੀ ਇਹ ਨਹੀਂ ਕਿਸੇ ਨੇ ਕਿਹਾ ਵੀ ਯਾਰ ਤੂੰ ਆਹ ਕੀ ਲਿਖਤਾ। ਬਿਲਕੁਲ ਬਿਲਕੁਲ। ਤੇ ਇਹਨਾਂ ਜਿੰਨਾ ਹੁਣ ਤੁਸੀਂ ਲਿਖਿਆ ਹੈਗਾ ਕਿ ਕਦੇ ਕਲਾਕਾਰਾਂ ਬਾਰੇ ਆਪਾਂ ਗੱਲ ਕਰੀਏ, ਅਗਰ ਸਾਰੇ ਕਲਾਕਾਰਾਂ ਨੂੰ ਤੁਸੀਂ ਮਿਲੇ ਹੋ, ਵਰਤੇ ਹੋ, ਵਿਚਰੇ ਹੋ, ਬਹੁਤ ਪਰਿਵਾਰਕ ਸੰਬੰਧ ਨੇ ਸਾਰਿਆਂ ਨਾਲ ਤੁਹਾਡੇ, ਹੁਣ ਤੱਕ ਦੇ ਹੋਣ ਵਾਲੇ ਕਲਾਕਾਰ ਵੀ ਜਿਹੜੇ ਹੈਗੇ ਨੇ, ਤੇ ਇਹਨਾਂ ਦੇ ਵਿੱਚੋਂ ਕਦੇ ਕੋਈ ਲੱਗਿਆ ਕਲਾਕਾਰ ਵੀ ਯਾਰ ਇਹ ਕੋਈ ਜ਼ਿਆਦਾ ਫੂਫਾਂ ਵਾਲੇ ਕਲਾਕਾਰ ਹੈਗਾ ਯਾਰ ਵੀ ਇਹ ਤਾਂ ਇਹਦਾ ਸੁਭਾਅ ਹੀ ਨਹੀਂ ਮੈਚ ਕਰਦਾ ਇਹਦੇ ਕਿੱਤੇ ਦੇ ਨਾਲ, ਕੋਈ ਆਪਣੇ ਸੀਗਾ ਇਸ ਤਰ੍ਹਾਂ ਦਾ ਜਾਂ ਨਹੀਂ ਸਾਰੇ ਵਧੀਆ ਹੀ ਕਲਾਕਾਰ? ਨਹੀਂ ਇੱਦਾਂ ਦੇ ਹੈਗੇ ਸੀਗੇ। ਅੱਛਾ। ਪਰ ਮੇਰਾ ਇੱਕ ਰਿਹਾ ਕਿ ਮੈਂ ਤੁਹਾਨੂੰ ਦੱਸਦਾ, ਮੇਰਾ ਕਿੱਦਾਂ ਰਿਹਾ ਕਿ ਮੇਰੇ ਨਾਲ ਜੇ ਸ਼ਾਇਦ ਨਹੀਂ ਵਿਚਰੇ ਕਰਕੇ ਤਾਂ ਲੱਗਦਾ ਹੋਣਾ, ਉਹ ਤਾਂ ਕਈ ਹੁਣ ਵੀ ਹੈਗੇ ਆ। ਮੈਂ ਤੁਹਾਨੂੰ ਦੱਸਦਾ ਕਈਆਂ ਨਾਲ ਅਸੀਂ 40 ਸਾਲ ਹੋ ਗਏ ਵਿਚਦੇ, ਉਹਨਾਂ 'ਚੋਂ ਇੱਦਾਂ ਦਾ ਨਿਕਲਦਾ ਆ ਸਾਰਾ ਕੁਛ। ਅੱਛਾ, ਮੈਂ ਜੱਗੀ ਜੀ ਕਈ ਗਾਇਕਾਂ ਦੇ ਮੈਂ ਹੁਣ ਨਾਂ ਨਹੀਂ ਲੈ ਸਕਦਾ, ਮੇਰੇ ਕੋਲ ਚਿੱਠੀਆਂ ਅਵੇਲੇਬਲ ਨੇ। ਉਹ ਕਹਿੰਦੇ ਸਟਾਰਡਮ ਉਹਨਾਂ ਦਾ ਬਹੁਤ ਵੱਡਾ ਹੋ ਗਿਆ, ਪਾਪੂਲਰ ਬੜੇ ਹੋ ਗਏ ਜੀ, ਪਰ ਉਹਨਾਂ ਦੀਆਂ ਘਰ ਵਾਲੀਆਂ ਕਹਿੰਦੀਆਂ ਸੀਗੀਆਂ ਵੀ ਅਸੀਂ ਤੈਨੂੰ ਉਦੋਂ ਤੱਕ ਗਾਇਕ ਨਹੀਂ ਮੰਨਦੀਆਂ ਜਦੋਂ ਤੱਕ ਤੇਰੇ ਵਰਗੇ ਸ਼ੌਕ ਪੂਰਾ ਨਹੀਂ ਲਿਖਦਾ। ਵਾਹ ਜੀ ਵਾਹ। ਇਨ ਐਵੀਡੈਂਸ ਮੇਰੇ ਕੋਲ ਪਿਆ ਸਾਰਾ ਕੁਛ। ਤੇ ਦੇਖੋ ਮੈਂ ਲਿਖਦਾ, ਮੈਨੂੰ ਪਤਾ ਨਹੀਂ ਕਿਉਂਕਿ ਸ਼ਾਇਦ ਉਦੋਂ ਹੋ ਸਕਦਾ ਹੋਰ ਮੀਡੀਆ ਨਹੀਂ ਸੀਗਾ ਬਹੁਤਾ, ਤਾਂ ਮੇਰੀ ਐਂਡੋਰਸਮੈਂਟ ਜ਼ਿਆਦਾ ਹੋ ਗਈ ਜਾਂ ਜਿੰਨੀ ਕੁ ਵੀ ਹੋ ਗਈ। ਸੋ ਪਰ ਮੈਨੂੰ ਉੱਦਾਂ ਮੈਂ ਇਸ ਖੇਤਰ 'ਚ ਚੰਗੀ ਕੰਟਰੀਬਿਊਸ਼ਨ ਜਿਹੜੀ ਆ ਉਹ ਕੀਤੀ ਆ। ਮੈਂ ਯਤਨ ਕੀਤਾ ਕਰਨ ਦਾ, ਤੇ ਹਲੇ ਵੀ ਕਰ ਰਿਹਾ ਜੀ। ਤੇ ਜੇ ਕੋਈ ਜਾਵੇ ਵੀ ਤਾਂ ਮੈਂ ਹੀ ਲਿਖਦਾ ਲਮਸਤ ਦੇ ਸਰਪੁਰੀ ਤੱਕ, ਚਾਹੇ ਸਰਦੂਲ ਗਿਆ, ਚਾਹੇ ਕੀਦੀਪ ਗਿਆ, ਚਾਹੇ ਨਰੂਲਾ ਸਾਹਿਬ ਗਏ ਨੇ, ਚਾਹੇ ਦਿਲ ਜਾਨ ਗਿਆ। ਮਤਲਬ ਇਹ ਵੀ ਮੇਰੇ ਹਿੱਸੇ ਆਇਆ ਕਿ ਮੈਂ ਸ਼ਰਧਾਂਜਲੀ ਲੇਖ ਜਿਹੜੇ ਨੇ ਉਹ 90% ਜਿਹੜੇ ਆ ਪਿਆਰੇ ਲਾਲ ਵਡਾਲੀ ਹੋਵੇ ਚਾਹੇ ਉਹ ਮੈਂ ਹੀ ਲਿਖੇ ਨੇ ਜੀ। ਤੇ ਬਿਲਕੁਲ। ਤੇ ਇਹ ਵੈਸੇ ਚਲੋ ਕਲਾਕਾਰਾਂ ਨੂੰ ਤੁਹਾਡੇ ਸਵਾਲ ਸਾਰਿਆਂ ਨੇ ਰਿਹਾ ਇੱਕ ਉੱਦਾਂ ਹੀ ਵੈਸੇ ਹੀ ਸਵਾਲ ਜੇ ਪਰਸਨਲ, ਤੇ ਸੁਣਨਾ ਕਿਹਨੂੰ ਜ਼ਿਆਦਾ ਵਧੀਆ ਲੱਗਦਾ ਸਾਰੇ ਕਲਾਕਾਰ ਲੱਗਦਾ ਸੀ ਹੁਣ ਤੱਕ? ਅੱਛਾ, ਇਹ ਕੰਮ ਉੱਦਾਂ ਮੇਰੇ ਲਈ ਤਾਂ ਔਖਾ ਕਿਉਂਕਿ ਮੇਰਾ ਤਾਂ ਸਾਰਿਆਂ ਨਾਲ ਬਹੁਤ ਪਿਆਰ ਹੈ। ਨਹੀਂ ਪਿਆਰ ਤਾਂ ਅਲੱਗ ਚੀਜ਼ ਹੈ, ਬਾਕੀ ਜਿਹੜੀ ਗਾਇਕੀ ਕਿਸੇ ਦੀ ਵਧੀਆ ਲੱਗਦੀ, ਕਿਸੇ ਦਾ ਕੋਈ ਸਟਾਈਲ ਵਧੀਆ ਲੱਗਦਾ, ਉਹ ਚੀਜ਼ ਜਿਹੜੇ ਨਾ ਵਡਾਲੀ ਭਰਾ ਨੇ, ਮੈਂ ਉਹਨਾਂ ਨੂੰ ਉਦੋਂ ਮਿਲਿਆ ਜਦੋਂ ਸ਼ਾਇਦ ਬਹੁਤ ਘੱਟ ਲੋਕ ਮਿਲਦੇ ਸੀ। ਤੇ ਮੈਂ ਪਿਆਰੇ ਲਾਲ ਨੂੰ, ਪੂਰਨ ਚੰਦ ਨੂੰ ਮੈਨੂੰ ਬਹੁਤ ਚੰਗੇ ਲੱਗਦੇ ਆ। ਮੈਨੂੰ ਮੇਰੇ ਘਰ ਕਈ ਦਿਨ ਆਪਣੇ ਬਰਕਤ ਸਿੱਧੂ ਹੁਣੇ ਆ ਕੇ ਰਹਿੰਦੇ ਰਹੇ, ਤੇ ਮੈਨੂੰ ਬਰਕਤ ਸਿੱਧੂ ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਮੇਰੇ ਤੋਂ ਹੋਰ ਕੱਤਿਆ ਨਾ ਜਾਵੇ, ਹੈ ਨਾ। ਸੋ ਮੈਨੂੰ ਉਹ ਵੀ ਬਹੁਤ ਚੰਗਾ, ਇਹ ਜਿਹੜਾ ਸੂਫੀ ਰੰਗ ਹੈ ਇਹ ਮੈਂ ਵਡਾਲੀ ਹੁਣੀ ਕਦੇ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਸਾਡੇ ਸ਼ੌਕੀ ਮੇਲੇ 'ਤੇ, ਅਸੀਂ ਉਦੋਂ ਸਭ ਤੋਂ ਵੱਡੇ ਮੇਲੇ 'ਤੇ ਉਹਨਾਂ ਨੇ ਗਾਇਆ। ਮੈਨੂੰ ਕਹਿੰਦਾ ਰਿਹਾ ਕਿ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਹੋ। ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿਉਂਕਿ ਪੂਰਨ ਇੱਕ ਹੋਰ ਅਨਪੜ੍ਹ ਹੋਣ ਦੇ ਬਾਵਜੂਦ ਵੀ ਸੁਲਤਾਨ ਬਾਹੂ, ਹਾਸ਼ਮ ਅਤੇ ਗਾਲਬ ਨੂੰ ਯਾਦ ਰੱਖਣਾ, ਜਵਾਨੀ ਅਨਪੜ੍ਹ ਹੋ ਕੇ ਇਹ ਪੂਰਨ ਚੰਦ ਸੀ। ਮੈਂ ਉਹਨਾਂ ਨੂੰ ਬਹੁਤ ਸੁਣਦਾ, ਮੈਨੂੰ ਪਿਆਰ, ਮੈਂ ਉਹਨਾਂ ਦਾ ਸਤਿਕਾਰ ਵੀ ਬਹੁਤ ਕਰਦਾ। ਬਹੁਤ ਵਧੀਆ। ਅੱਛਾ, ਇੱਕ ਤੁਹਾਡਾ ਬੜੀ ਦੇਰ ਪਹਿਲਾਂ ਲੇਖ ਆਇਆ ਸੀਗਾ, ਬਹੁਤ ਦੇਰ ਪਹਿਲਾਂ, ਉਹ ਅਸੀਂ ਬਾਅਦ ਵਿੱਚ ਕੈਸਟ ਦੇ ਵਿੱਚ ਵੀ ਕਰਿਆ ਸੀ ਉਹਨੂੰ ਵਿਅੰਗ ਦੇ ਤੌਰ 'ਤੇ ਜਾਂ ਹਾਸੇ ਦੇ ਤੌਰ 'ਤੇ। ਤਾਂ ਉਹ ਕੀ ਸੀਗਾ ਤੁਹਾਡਾ? ਜੇ ਆਪਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਠੋਡੀ ਇੱਥੇ ਦੀ ਬਜਾਏ ਠੋਡੀ ਜਾਂ ਹੁੰਦੀ ਨਾ, ਜਾਂ ਨੱਕ ਇੱਥੇ ਦੀ ਬਜਾਏ ਇੱਥੇ ਹੁੰਦਾ, ਤਾਂ ਕਿੱਦਾਂ ਸਾਰਾ ਸਿਸਟਮ ਬਣਿਆ ਹੋਇਆ ਹੈ। ਤੇ ਜਿਵੇਂ ਕਿਹਾ ਇਹ ਜਾਂਦਾ ਕਿ ਪਹਿਲਾਂ ਪੂਛ ਹੁੰਦੀ ਸੀ ਬੰਦੇ ਦੇ, ਆਮ ਜਿਹੜਾ ਹੈਗਾ ਵੀ ਉਦੋਂ ਬਾਅਦ ਹੌਲੀ ਹੌਲੀ ਮੋਡੀਫਾਈ ਹੋਏ ਆ। ਤੇ ਉਹ ਤੁਹਾਡਾ ਲੇਖ ਸੀ ਉਹ ਫਿਰ ਕਾਹਦੇ 'ਤੇ ਸੀਗਾ? ਉਹ ਖਾਸ ਕੋਈ ਵਿਅੰਗ ਸੀਗਾ ਜਾਂ ਵੈਸੇ ਐਂਟਰਟੇਨਮੈਂਟ ਵਾਸਤੇ? ਨਹੀਂ, ਮੈਂ ਜਿੱਦਾਂ ਮੇਰੀ ਕਲਪਨਾ ਸੀਗੀ, ਮੈਂ ਇੱਕ ਨਾ ਅਜੀਤ 'ਚ ਵੀ ਕਾਲਮ ਵਿਅੰਗ ਲਿਖਦਾ ਰਿਹਾ ਜੀ, ਬਾਬਾ ਬਖਤੌਰਾ ਨਾ। ਹਾਂਜੀ, ਬਾਬਾ ਬਖਤੌਰਾ ਵੀ ਲਿਖਿਆ। ਹਾਂਜੀ। ਤੇ ਮੈਂ ਪੰਜਾਬੀ ਟਿਊਨ 'ਚ ਵੀ, ਜਗਬਾਣੀ 'ਚ ਵੀ ਕਦੇ ਵਿਅੰਗ, ਸ਼ਨੀਵਾਰ ਨੂੰ ਜਗਬਾਣੀ ਸ਼ਬਦ ਹੁੰਦਾ ਸੀਗਾ, ਪੰਜਾਬੀ ਟਿਊਨ ਸੰਡੇ ਨੂੰ ਛਾਪਦੇ ਸੀਗੇ। ਮੈਂ ਇੱਕ ਲੇਖ ਲਿਖਿਆ, ਵਿਅੰਗ ਹੀ ਸੀਗਾ ਉਹ, ਵੀ ਜੇ ਬੰਦੇ ਦੇ ਪੂਛ ਹੁੰਦੀ। ਅੱਛਾ ਜੀ। ਜੇ ਅੱਜ ਦੇ ਜ਼ਮਾਨੇ 'ਚ ਪੂਛ ਹੁੰਦੀ, ਮਤਲਬ ਚੰਗਾ ਆ ਵੀ ਮੈਨੂੰ ਇਹ ਤਾਂ ਨਹੀਂ ਪਤਾ ਵੀ ਬੰਦੇ ਦੇ ਸੱਚੀ ਪੂਛ ਹੁੰਦੀ ਹੋਊਗੀ ਪਹਿਲਾਂ ਜੀ, ਪਰ ਹੁਣ ਜਦੋਂ ਨਾ ਕਈਆਂ ਦੇ ਟੇਲ ਬੋਨ ਦੀ ਪ੍ਰੋਬਲਮ ਆ ਜਾਂਦੀ, ਜਿਹੜੇ ਸਾਡੇ ਟੇਲ ਬੋਨ ਕਈਆਂ ਦੀ ਵਧਣ ਲੱਗ ਪੈਂਦੀ, ਵਧਦੀ ਤਾਂ ਮਿਲੀਮੀਟਰਾਂ 'ਚ ਹੀ ਆ, ਪਰ ਉਹ ਪੇਨ ਬੜੀ ਕਹਿੰਦੇ ਕਰਦੀ ਜੀ। ਤੇ ਫਿਰ ਇਹਦਾ ਮਤਲਬ ਜੇ ਟੇਲ ਬੋਨ ਲਈ ਜਗ੍ਹਾ ਤੇ ਹੁੰਦੀ ਹੋਣੀ ਆ,
ਇਹ ਰਿਮੂਵ ਕਰਤੀ, ਵਾਹਿਗੁਰੂ ਨੇ ਚੰਗਾ ਕੰਮ ਕਰਤਾ ਜੀ। ਜੇ ਨਹੀਂ ਤਾਂ ਹੁਣ ਸਰਜਰੀਆਂ ਹੋਇਆ ਕਰਨੀਆਂ ਸੀਗੀਆਂ। ਮੰਨ ਲਓ ਵੀ ਜਦੋਂ ਰਿਸ਼ਤਾ ਵੀ ਹੁੰਦਾ ਤੇ ਲੋਕਾਂ ਨੂੰ, ਮੈਂ ਉਹਦੇ ਵਿੱਚ ਜਿਹੜਾ ਲਿਖਿਆ ਸੀ ਵੀ ਜੇ ਰਿਸ਼ਤਾ ਵੀ ਹੋਊਗਾ ਤਾਂ ਲੋਕਾਂ ਨੇ ਇਹ ਦੇਖਿਆ ਕਰਨਾ ਵੀ ਇਹਦੀ ਪੂਛ ਵੱਡੀ ਆ ਕਿ ਛੋਟੀ ਆ, ਕੁੜੀ ਮੁੰਡੇ ਦੀ, ਹੈ ਨਾ। ਤੇ ਰਿਸ਼ਤੇ 'ਚ ਵੀ ਪਹਿਲਾਂ ਪੂਛ ਨੂੰ ਵੀ ਕੈਲਕੂਲੇਟ ਕਰਿਆ ਕਰਨਾ ਸੀ। ਤੇ ਹਾਈਟ ਦੇ ਨਾਲ, ਜਿਵੇਂ ਹਾਈਟ 5 ਫੁੱਟ 10 ਇੰਚ ਕਹਿਣ ਦੇ ਨਾਲ, ਹਾਂ, ਪੂਛ ਦੀ ਲੰਬਾਈ ਇੰਨਾ ਸੈਂਟੀਮੀਟਰ। ਔਰ ਇਹਦਾ ਨਾ ਜਿੱਦਾਂ ਸੈਲੂਨਸ ਹੈ, ਕਿਉਂਕਿ ਪੂਛ ਤੁਹਾਡੀ ਤੁਸੀਂ ਲੁਕੋ ਤਾਂ ਜੇਬ 'ਚ ਸਕਣੀ ਨਹੀਂ ਸੀ, ਤੇ ਪੂਛ ਲਈ ਵੀ ਸੈਲੂਨ ਜਿਹੜੇ ਉਹ ਜਿਹੜੀਆਂ ਹੈਅਰ ਕਟਿੰਗ ਦੀਆਂ ਦੁਕਾਨਾਂ ਉਹ ਅਲੱਗ ਹੋਣੀਆਂ ਸੀ। ਪੂਛ ਦਾ ਸਪੈਸ਼ਲ ਮੇਕਅਪ ਹੋਇਆ ਕਰਨਾ ਸੀ। ਅੱਛਾ, ਇਹ ਸੀਗਾ ਕਿ ਮੈਨੂੰ ਸਭ ਤੋਂ ਵੱਧ ਇਹ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਸਭ ਤੋਂ ਵੱਧ ਔਖੇ ਉਹ ਲੋਕ ਸੀਗੇ ਉਹ ਹੋਣੇ ਸੀਗੇ ਜਿਹੜੇ ਲੋਕਾਂ 'ਚ ਜ਼ਿਆਦਾ ਵਿਚਰਦੇ ਜੀ। ਮਤਲਬ ਚਾਹੇ ਲੀਡਰ ਹੈ, ਚਾਹੇ ਕਲਾਕਾਰ ਹੈ, ਵੀ ਉਹਨਾਂ ਨੂੰ ਇਹ ਡਰ ਹੋਣਾ ਵੀ ਪੂਛ ਕਿੱਦਾਂ ਫੜ ਕੇ ਲਿਜਾਵੇ, ਭੀੜ 'ਚ ਰਹਿਣਾ ਹੁੰਦਾ। ਅੱਛਾ, ਗਾਉਂਦੇ ਗਾਉਂਦੇ ਨੂੰ ਜਾਂ ਬੋਲਦੇ ਬੋਲਦੇ ਨੂੰ, ਭਾਸ਼ਣ ਕਰਦੇ ਨੂੰ ਇਹ ਵੀ ਖਿਆਲ ਰੱਖਣਾ ਪੂਛ ਨਾ ਪਿੱਛੋਂ ਖਿੱਚ ਦੇਵੇ। 2 ਜਾਣੇ ਪੂਛ ਦਾ ਖਿਆਲ ਰੱਖਣਾ ਪਿਆ ਕਰਨਾ ਸੀ। ਤੇ ਇਹ ਵੀ ਸੀਗਾ ਵੀ ਗੱਡੀ 'ਚ ਬੈਠਣ ਵੇਲੇ ਕਿਤੇ ਬਾਰੀ 'ਚ ਪੂਛ ਨਾ ਆ ਜਾਵੇ। ਅੱਛਾ, ਜੇ ਕਿਸੇ ਦੀ ਪੂਛ ਵੱਢੀ ਗਈ ਤਾਂ ਦੱਸਣਾ ਪਿਆ ਕਰਨਾ ਸੀ ਵੀ ਜੇ ਮੁੰਡਾ ਤਾਂ ਚੰਗਾ ਪੜ੍ਹਿਆ ਲਿਖਿਆ ਪਰ ਪੂਛ ਅੱਧੀ ਰਹਿ ਗਈ, ਹੋਰ ਹੋ ਗਿਆ। ਸੋ ਜੇ ਪ੍ਰੇਮੀ ਪ੍ਰੇਮਕਾ ਆ, ਪ੍ਰੇਮਕਾ ਕੋਠੇ ਤੇ ਸੁੱਤੀ ਪਈ ਹੈ ਤੇ ਪ੍ਰੇਮੀ ਨੇ ਪੂਛ ਨਾਲ ਹੀ ਲੈਟਰ ਬਣ ਕੇ ਸਿੱਟ ਦਿਆ ਕਰਨਾ ਸੀ। ਮਤਲਬ ਬੱਸ 'ਚ ਸਫ਼ਰ ਕਰਦੇ ਤੇ ਪੂਛ ਦਾ ਹੀ ਖਿਆਲ, ਬੰਦੇ ਦੀ ਜਿਹੜੀ ਡਾਈਵਰਸ਼ਨ ਸੀਗੀ ਉਹ ਸਾਰੀ ਪੂਛ ਵਾਲੇ ਰਹਿਣੀ ਸੀ। ਵੀ ਚੰਗਾ ਹੋ ਗਿਆ, ਬੜਾ ਲੰਬਾ ਸੀਗਾ, ਵੀ ਚੰਗਾ ਹੋ ਗਿਆ ਬੰਦੇ ਦੇ ਪੂਛ ਹੈ ਨਹੀਂ, ਪੰਗੇ ਬੜੇ ਪੈਣੇ ਸੀ। ਹਾਂ, ਪਹਿਰਾਵਾ ਪਹਿਰੂਵਾ ਸਾਰਾ ਕੁਝ ਕਿੱਦਾਂ ਪਿੱਛੇ ਦੀ ਡਿਜ਼ਾਈਨ ਜਿਹਾ ਕੱਢਣਾ ਪਿਆ ਕਰਨਾ, ਪਿੰਡ ਜੀ ਪੂਛ ਬਾਹਰ ਕੱਢਣੀ। ਸਹੀ ਗੱਲ ਹੈ ਜੀ। ਹੁਣ ਜਿਵੇਂ ਪਾਏ ਨਹੀਂ ਹੁੰਦੇ ਕਈਆਂ ਦੇ ਘਰਾਂ 'ਚ ਰੱਖੇ ਹੋਏ ਜਿਹੜੇ ਕੁੱਤੇ ਹੁੰਦੇ, ਪਾਲਤੂ ਕੁੱਤੇ, ਉਹਨਾਂ ਦੇ ਕੱਪੜੇ ਪਾਏ ਹੁੰਦੇ ਤੇ ਵਿੱਚ ਪੂਛ ਬਾਹਰ ਕੱਢੀ। ਉਹ ਪ੍ਰੋਬਲਮ ਤਾਂ ਹੈਗੀ ਸੀ ਵੀ ਕਈਆਂ ਦੀ ਪੂਛ ਲੰਬੀ ਕਿੰਨੀ ਆ, ਢਿੱਲੀ ਕਿੰਨੀ ਆ, ਖੜਵੀਂ ਕਿੰਨੀ ਆ, ਇਹ ਕਈ ਜੀ ਜੀ। ਇਹ ਚਲੋ ਵਧੀਆ ਵਿਅੰਗ ਦੇ ਤੌਰ ਤੇ, ਹਾਸੇ ਮਜ਼ਾਕ ਦੇ ਤੌਰ ਤੇ ਵਧੀਆ। ਤੇ ਜਿਵੇਂ ਹੁਣ ਤੁਸੀਂ ਆ ਲਿਖਿਆ ਸੀ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ, ਇਹ ਤੁਹਾਨੂੰ ਆਈਡੀਆ ਕਿਵੇਂ ਆਇਆ ਔਰ ਇਹ ਡਿਟੇਲ ਸਾਰੀ ਸੌਖਿਆ ਹੀ ਮਿਲ ਗਈ ਜਾਂ ਤੁਹਾਨੂੰ ਕਿਤੋਂ ਔਖੀ ਮਿਲੀ ਫਿਰ ਸਾਰੀ? ਦੇਖੋ ਜੱਗੀ ਜੀ, 2 ਗੱਲਾਂ ਨੇ ਵੀ ਜਦੋਂ ਮੈਂ ਪਰਮਾਣੂ ਹਥਿਆਰਾਂ ਬਾਰੇ, ਪਰਮਾਣੂ ਉਹਦੇ ਬਾਰੇ ਲਿਖਿਆ, ਇਹ ਮੈਂ ਏਡਜ਼ ਬਾਰੇ ਬੜਾ ਲਿਖਿਆ ਜੀ। ਜਦੋਂ ਮੈਂ ਏਡਜ਼ ਬਾਰੇ ਲਿਖਿਆ, ਜਦੋਂ ਨਵਾਂ ਵਾਇਰਸ ਪਹਿਲਾਂ ਇੱਥੋਂ ਦੇ ਬਾਸਕਟਬਾਲ ਖਿਡਾਰੀ ਨੂੰ ਹੋਈ, ਪੰਜਾਬ 'ਚ ਇੰਡੀਆ 'ਚ ਕੇਸ ਆਏ, ਮੈਂ ਏਡਜ਼ ਕੰਟਰੋਲ ਸੁਸਾਇਟੀ ਨੂੰ ਵੀ ਬਰਾਬਰ ਜੁੜਿਆ ਰਿਹਾ ਜੀ। ਵੀ ਮੈਂ ਡਾਟਾ ਜ਼ਰੂਰ ਰੱਖਦਾ ਰਹਿਣਾ ਵੀ ਕਦੇ ਕੰਮ ਆਊਗਾ। ਸੋ ਮੇਰੀ ਨਾ ਇੱਕ ਬੜੀ ਚਾਹਨਾ ਸੀਗੀ ਵੀ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਗੱਲ ਅਸੀਂ ਜੇ ਤੁਸੀਂ ਵੀ ਪੜ੍ਹਦੇ ਆਏ ਆ, ਅਸੀਂ ਇਬਰਾਹਿਮ ਲਿੰਕਨ ਦੇ ਹਵਾਲੇ ਦਿੰਦੇ ਹੁੰਦੇ, ਜਾਰਜ ਵਾਸ਼ਿੰਗਟਨ ਦੇ, ਹੈ ਨਾ, ਸਾਡੀਆਂ ਲਿਖਤਾਂ 'ਚ ਆਉਂਦਾ ਹੁੰਦਾ ਸੀਗਾ ਜੀ। ਮੈਂ ਉਹਦੇ 'ਚ ਪੜ੍ਹਿਆ ਸੀ ਵੀ ਇਬਰਾਹਿਮ ਲਿੰਕਨ ਇੱਕ ਵਾਰੀ ਆਪਣੇ ਮੈਂ ਕਿਤੇ ਪੜ੍ਹਿਆ ਸੀ ਵੀ ਇਬਰਾਹਿਮ ਲਿੰਕਨ ਆਪਣੇ 2 ਬੱਚਿਆਂ ਨਾਲ ਕਿਤੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ, ਦੋਵੇਂ ਰੋਂਦੇ ਸੀ ਵੀ ਇਹ ਮਸਲਾ ਕੀ ਆ। ਉਹ ਕਹਿੰਦੇ ਜੀ ਇਹ ਮਸਲਾ ਉਹੀ ਆ ਜਿਹੜਾ ਸਾਰੀ ਦੁਨੀਆ ਦਾ ਮਸਲਾ। ਅੱਛਾ। ਉਹ ਕਹਿੰਦੇ ਗੱਲ ਕੀ ਆ ਵੀ ਰੋਂਦੇ ਕਾਹਤੇ ਆ? ਕਹਿੰਦਾ ਮੇਰੇ ਕੋਲ ਨਾ ਸੰਤਰੇ 4 ਹੈ, ਕਹਿੰਦਾ ਇਹ 3 ਮੰਗਦੇ ਆ। ਉਹ ਮੈਂ ਕਹਿੰਦਾ ਮੈਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਪੜ੍ਹਦਾ ਫਿਰ ਮੇਰੇ ਦਿਮਾਗ 'ਚ ਆਇਆ ਵੀ ਕਦੇ ਲਿਖਾਂਗੇ। ਸੋ ਮੈਂ ਬਹੁਤ ਸੰਖੇਪ 'ਚ ਤੇ ਸਰਲ ਭਾਸ਼ਾ ਜਿਹੜੀਆਂ, ਜੇ ਸਾਡੇ ਬੱਚੇ ਵੀ ਕਹਾਂ, ਉਹ ਬੱਚਿਆਂ ਨੂੰ ਕਈ ਪਬਲੀਕੇਸ਼ਨਾਂ ਨੇ ਉਹਨਾਂ ਨੂੰ ਬੱਚਿਆਂ ਦੇ ਸਿਲੇਬਸ 'ਚ ਪਾਇਆ ਕਈ ਲੇਖਾਂ ਨੂੰ। ਸੋ ਮੈਨੂੰ ਚੰਗਾ ਲੱਗਾ ਤੇ ਉਹ ਮੇਰੀ ਚਾਹਨਾ ਸੀ। ਚਲੋ ਬਹੁਤ ਵਧੀਆ ਜੀ। ਨਾਲ ਇੱਕ ਬ੍ਰੇਕ ਦਾ ਸਮਾਂ ਹੋਰ ਹੋ ਗਿਆ ਭੌਰਾ ਸਾਹਿਬ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਆਖਰੀ ਸੈਗਮੈਂਟ ਜਿਹੜਾ ਉਹ ਕਰਾਂਗੇ। ਸਾਡੇ ਦਰਸ਼ਕ ਵੀ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੇ ਭੌਰਾ ਸਾਹਿਬ ਨਾਲ ਹੀ ਨੇ। ਬ੍ਰੇਕ ਤੋਂ ਬਾਅਦ ਵੀ ਗੱਲਾਂ ਕਰਾਂਗੇ ਤੇ ਕਿਸੇ ਦਿਨ ਇਹਨਾਂ ਨੂੰ ਬੇਨਤੀ ਕਰਾਂਗੇ ਲਾਈਵ ਕਾਲਾਂ ਦੇ ਵਿੱਚ ਵੀ ਆਉਣ, ਕਿਉਂਕਿ ਬਹੁਤ ਤੁਹਾਡੇ ਬਾਰੇ ਲੋਕ ਫਿਰ ਪੁੱਛਦੇ ਆ ਜੀ ਜਦੋਂ ਵੀ ਹੁਣ ਆਉਂਦੇ ਨਹੀਂ ਭੌਰਾ ਸਾਹਿਬ, ਕੀ ਗੱਲ ਗੁੱਸੇ ਹੋ ਗਏ? ਨਹੀਂ ਗੁੱਸੇ ਨਹੀਂ ਹੋਏ, ਆਉਣਗੇ। ਰੁਝੇਵੇਂ ਵੱਧ ਗਏ, ਇੰਡੀਆ ਚਲੇ ਗਏ, ਅਸੀਂ ਕਾਫੀ ਦੇਰ ਇੰਡੀਆ ਲਾਏ। ਸੋ ਬ੍ਰੇਕ ਤੋਂ ਬਾਅਦ ਫਿਰ ਕਰਦੇ ਜੀ ਗੱਲਾਂ, ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਅਸ਼ੋਕ ਭੌਰਾ ਸਾਹਿਬ ਸਾਡੇ ਸਟੂਡੀਓ 'ਚ ਅੱਜ ਆਏ ਸੀਗੇ। ਬੜੀ ਮਾਣ ਵਾਲੀ ਗੱਲ ਹੈ, ਬੜੀ ਚੰਗੀ ਗੱਲ ਹੈ, ਤੇ ਗੱਲਾਂ ਵੀ ਬੜੀਆਂ ਵਧੀਆ ਹੋ ਰਹੀਆਂ ਨੇ। ਤੇ ਹੁਣ ਫਿਰ ਦੁਬਾਰਾ ਜੁੜਦੇ ਭੌਰਾ ਸਾਹਿਬ ਨਾਲ ਜੀ। ਭੌਰਾ ਸਾਹਿਬ, ਗੱਲਬਾਤ ਕਰੀਏ ਜੇ ਇਹ ਗੀਤ ਜਿਹੜੇ ਤੁਸੀਂ ਲਿਖੇ ਤੇ ਬਹੁਤ ਸਾਰੇ ਕਲਾਕਾਰਾਂ ਨੇ ਗਾਏ। ਵੈਸੇ ਸਾਡੇ ਦਰਸ਼ਕਾਂ ਦੀ ਇੱਛਾ ਇਹ ਵੀ ਹੋਏਗੀ ਵੀ ਤੁਹਾਡੇ ਕੋਲ ਕੋਈ ਸੁਣਿਆ ਵੀ ਜਾਵੇ, ਜ਼ਰੂਰ ਸੁਣਿਆ ਜਾਵੇ। ਪਰ ਅਸੀਂ ਉਹਦੇ ਪਰ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਜਿਹੜੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਨੇ। ਜਿਵੇਂ ਹੁਣ ਇੱਕ ਪੰਮਾ ਡੂਮੇ ਵਾਲੇ ਦਾ ਗੀਤ ਬਹੁਤ ਮਸ਼ਹੂਰ ਹੋਇਆ। ਉਹ ਕਈ ਚੀਜ਼ਾਂ ਐਸੀਆਂ ਨੇ ਸਾਡੇ ਦਰਸ਼ਕਾਂ ਨੂੰ ਇਹ ਮਤਲਬ ਪਤਾ ਹੁੰਦਾ ਵੀ ਇਹ ਚੀਜ਼ ਹੈਗੀ, ਆਈ ਬੜੀ ਵਧੀਆ, ਤੇ ਪਤਾ ਨਹੀਂ ਹੁੰਦਾ ਵੀ ਲਿਖੀ ਕਿਹਦੀ ਹੈ। ਦੇਖੋ, ਮੈਂ ਨਾ ਇੱਕ
ਜਿਸ ਇਸ ਖੇਤਰ 'ਚ ਰਹਿੰਦਾ ਇੱਕ ਹੋਰ ਬੜੀ ਵਧੀਆ ਗੱਲ ਆ, ਔਰ ਮੈਂ ਕਹਿਣਾ ਰਿਹਾ ਸਾਰੀਆਂ ਸਟੇਜਾਂ 'ਤੇ ਆਪਣੇ ਜਿਹੜੇ ਮੇਰੇ ਪੋਇਟ ਭਰਾ ਨੇ, ਕਵੀ ਸੱਜਣ ਨੇ, ਜੀ, ਵੀ ਜਦੋਂ ਨਾ ਆਪਾਂ ਕਿਸੇ ਚੀਜ਼ ਨੂੰ ਪੜ੍ਹ ਕੇ ਸੁਣਾਉਂਦੇ ਆ ਤਦ ਨਾ ਉਹਦਾ ਅੱਧਾ ਬੰਦਾ ਰਹਿ ਜਾਂਦਾ। ਬਿਲਕੁਲ ਜੀ, ਬਿਲਕੁਲ। ਜੇ ਤੁਸੀਂ ਉਹਨੂੰ ਜ਼ਬਾਨੀ ਪੇਸ਼ ਕਰਦੇ ਹੋ ਤੁਸੀਂ ਉਹਦੇ ਨਾਲ ਇੱਕ ਮਿੱਕ ਹੁੰਦੇ। ਮੈਂ ਬਹੁਤੀ ਪੋਇਟਰੀ ਜਿਹੜੀ ਆ ਬਹੁਤ ਜ਼ਬਾਨੀ ਸੁਣਾ ਦੇਣਾ। ਅੱਛਾ, ਉਹਦੇ ਪਿੱਛੇ ਕਾਰਨ ਕੀ ਆ? ਇੱਕ ਮੈਂ ਪੰਜਾਬੀ ਗਾਇਕਾਂ ਬਾਰੇ ਇਕੱਲਾ ਲਿਖਿਆ ਨਹੀਂ, ਜਿਹੜੇ ਮੇਰੇ ਟਾਈਮ ਦੇ ਗਾਇਕ ਸੀ, ਜਿਹਨੂੰ ਮੈਂ ਕਹਿੰਦਾ ਕਿ ਜਿਹੜੀ ਮੇਰੇ ਸਮਿਆਂ ਦੀ ਗਾਇਕੀ ਸੀ, ਉਹਦੇ 'ਚ ਮੈਂ ਇਹ ਮੰਨੋ ਕਿ 75% ਘੱਟੋ ਘੱਟ ਗਾਇਕਾਂ ਦੇ ਗੀਤ ਜਵਾਨੀ ਯਾਦ ਨੇ। ਗੀਤ ਵੀ ਯਾਦ ਹੋ ਗਏ? ਹਾਂ, ਮੈਨੂੰ ਦਦਾਰ ਸੰਧੂ ਦੇ ਜੇਠ ਚੰਦਰੇ ਦਾ ਕੀ ਜੇ ਦਾ ਪੁੱਤ ਨਾ ਕੋ ਧੀ ਜਾਂਦਾ ਘੁੱਟ ਕੇ ਸ਼ਰਾਬ ਉੱਤੇ ਮਰਨੀ। ਉਹਦਾ ਕੀ ਇੱਕ ਉਹਦਾ ਸੀਗਾ ਵੀ ਚੋਰਾਂ ਤੋਂ ਸਾਧੂ ਡਰਦੇ ਨੇ, ਲਾ ਸ਼ਰਮ ਹਿਆ ਦੇ ਪਰਦੇ ਨੇ। ਦੇਖੋ ਆਪਾਂ ਦਦਾਰ ਨੂੰ ਕਹੀ ਗਏ ਆ ਬੱਚੀਆਂ ਪਾਉਂਦਾ ਰਹਿੰਦਾ ਨੇ ਮੋਟਾ ਮੁਟਿਆਰ ਦੀਆਂ, ਉਹਦਾ ਅਰਥ ਸਮਝੋ। ਉਹਦੀ ਕਿਤੇ ਫਿਰ ਗੱਲ ਕਰ ਲਾਂਗੇ। ਉਹ ਕਹਿੰਦਾ ਕਿ ਇੱਕ ਦਿਦਾਰ ਦਾ ਮੈਂ ਕਹਿੰਦਾ ਰਿਹਾ ਉੱਤੇ PhD ਕੀਤੀ ਜਾ ਸਕੇ, ਇੰਨੇ ਵਧੀਆ ਅਲੰਕਾਰ ਦਿੱਤੇ ਦਿਦਾਰ ਸੰਧੂ ਨੇ ਪੰਜਾਬੀ ਸੰਗੀਤ ਨੂੰ। ਉਹ ਸੀਗੀ ਕਿ ਚੋਰਾਂ ਤੋਂ ਸਾਧੂ ਡਰਦੇ ਨੇ, ਲਾ ਸ਼ਰਮ ਹਿਆ ਦੇ ਪਰਦੇ ਨੇ, ਮੱਥੇ ਤੋਂ ਪੜਿਆ ਨਹੀਂ ਜਾਂਦਾ ਕਿ ਸਾਧ ਚੋਰੀਆਂ ਕਰਦੇ ਨੇ। ਬਿਲਕੁਲ ਵਧੀਆ। ਮੁੱਠੀ ਵਿੱਚ ਜਾਨ ਗਰੀਬਾਂ ਦੀ ਮਾੜੇ ਨੂੰ ਤਕੜਾ ਖਾ ਜੂਗਾ, ਜਿਹਨੇ ਆਪ ਤਲੀ ਤੇ ਧਰ ਲਈ ਉਸ ਨੂੰ ਕੌਣ ਬਚਾ ਲੂਗਾ। ਜੀ। ਫਿਰ ਉਹ ਕਹਿੰਦਾ ਸੀ ਕਿ ਹਰ ਪਾਸੇ ਚੋਰ ਬਜ਼ਾਰੀ ਆ, ਹਰ ਪਾਸੇ ਰਿਸ਼ਵਤਦਾਰੀ ਆ, ਹਰ ਪਾਸੇ ਚੌਧਰ ਤਕੜੇ ਦੀ ਮਾੜੇ ਨੂੰ ਧੱਕੇ ਪੈਂਦੇ ਨੇ। ਅੱਜ ਕੱਲ ਥਾਣੇਦਾਰ ਵੀ ਦਫ਼ਤਰ ਦੇ ਵਿੱਚ ਧੂਪ ਤਕਾ ਕੇ ਬਹਿੰਦੇ ਨੇ। ਸੋ ਮੈਂ ਨਾ ਜੱਗੀ ਜੀ ਇੱਕ ਨਾ ਗੀਤ ਸੁਣਾਉਣ ਤੋਂ ਪਹਿਲਾਂ ਇਹ ਨਹੀਂ ਕਿ ਮੈਂ ਜਿੰਨਾ ਜ਼ਿੰਦਗੀ ਵਿਲਾਸ ਨੂੰ ਪੜ੍ਹਿਆ, ਮੈਂ ਜਿੰਨਾ ਨੂੰ ਪੜ੍ਹਿਆ ਜੀ, ਮੈਂ ਕਿੱਸੇ ਬੜੇ ਪੜ੍ਹੇ। ਮੈਂ ਮਲੂਕ ਚੰਦ ਡਰਾਮੇ ਸਾਡੇ ਕਿਸੇ ਵੇਲੇ ਬੜਾ ਮਸ਼ਹੂਰ ਨਾਂ ਸੀ ਮਲੂਕ ਚੰਦ, ਮੈਂ ਉਹਨੂੰ ਵੀ ਵੇਖਿਆ, ਉਹਨੂੰ ਵੀ ਸੁਣਿਆ, ਉਹਦੀ ਵੀ ਸੰਗਤ ਕੀਤੀ, ਉਹਦੇ ਬਾਰੇ 'ਚ ਵੀ ਲਿਖਿਆ। ਮੈਂ ਨਾਟਕਾਂ ਬਾਰੇ ਨਾਟਕ ਆਪ ਵੀ ਲਿਖਿਆ ਇੱਥੇ ਆ ਕੇ। ਜੱਗੀ ਜੀ, ਜਿਹੜੀ ਸ਼ਾਇਰੀ, ਜਿਹੜੀ ਲਿਖਤ ਲੋਕਾਂ ਨੂੰ ਸਿੱਧੀ ਸਮਝ ਆਉਂਦੀ ਉਹ ਪਾਪੂਲਰ ਹੈ। ਜੀ ਬਿਲਕੁਲ। ਜਿਹੜੀ ਲੋਕਾਂ ਨੂੰ ਬਲ ਵਿੰਗ ਪਾ ਕੇ, ਚਾਹੇ ਪੋਇਟਰੀ ਆ, ਚਾਹੇ ਮੈਂ ਚਲੋ ਕੋਈ ਲਿਖਦਾ ਹੋਵੇ ਜਾਂ ਡੂੰਘੀ, ਕਹਿੰਦੇ ਬਹੁਤ ਡੂੰਘੀ ਲਿਖਦੇ ਆ, ਉਹ ਫਿਰ ਕਹਿੰਦੇ ਸਮਝ ਨਹੀਂ ਲੱਗਦੀ, ਸ਼ਬਦ ਕੋਸ਼ ਦੇਖਣਾ ਪੈਂਦਾ। ਜੀ। ਮੈਂ ਮੈਨੂੰ ਜਿਹੜੀ ਪੋਇਟਰੀ ਬਹੁਤ ਚੰਗੀ ਲੱਗਦੀ ਆ, ਉਹਦੇ 2-3 ਰੰਗ ਸੁਣਾਉਣਾ ਮੈਂ। ਜੀ। ਫਿਰ ਮੈਂ ਗੀਤ ਦੀ ਗੱਲ ਕਰੂੰਗਾ। ਇੱਕ ਹੈਗਾ ਆ ਵੀ ਨਹੀਂ ਰੁਕਿਆ ਰੁਕਦੇ ਵੇਖੇ ਚੜੇ ਹੜਾਂ ਦੇ ਪਾਣੀ। ਨਹੀਂ ਰੁਕਿਆ ਰੁਕਦੇ ਵੇਖੇ ਚੜੇ ਹੜਾਂ ਦੇ ਪਾਣੀ, ਨਾ ਬੰਨਿਆਂ ਤੋਂ ਦਰਿਆਵਾਂ ਦਾ ਪਾਣੀ ਹੁੰਦਾ ਡੱਕ। ਵਾਹ। ਕੌਡੀ ਦੇ ਨਹੀਂ ਰਹਿੰਦੇ ਭਾਵੇਂ ਹੋਣ ਗੁਣਾ ਵਿੱਚ ਪੂਰੇ। ਜੀ। ਕੌਡੀ ਦੇ ਨਹੀਂ ਰਹਿੰਦੇ ਭਾਵੇਂ ਹੋਣ ਗੁਣਾ ਵਿੱਚ ਪੂਰੇ, ਬੰਦੇ ਦਾ ਜੇ ਚੂਲਾ ਟੁੱਟ ਜੇ ਜਾਂ ਕੁੱਤੇ ਦਾ ਲੱਕ। ਕੀ ਬਾਤ ਹੈ, ਬਹੁਤ ਵਧੀਆ। ਕਿ ਸ਼ੇਰਾਂ ਦੀਆਂ ਬੈਠਕਾਂ 'ਚ ਗਿੱਦੜਾਂ ਨੇ ਵਾਸ ਕੀਤਾ, ਪੁੱਛ ਪ੍ਰਤੀਤ ਹੁਣ ਬਾਂਦਰਾਂ ਦੀ ਲੱਗ ਪਈ। ਸ਼ੇਰਾਂ ਦੀਆਂ ਬੈਠਕਾਂ 'ਚ ਗਿੱਦੜਾਂ ਨੇ ਵਾਸ ਕੀਤਾ, ਪੁੱਛ ਪ੍ਰਤੀਤ ਹੁਣ ਬਾਂਦਰਾਂ ਦੀ ਲੱਗ ਪਈ, ਕੌਣ ਏ ਬੁਝਾਊ ਛੇਤੀ ਬੌੜੀ ਵੇ ਤਬੀਬਾ, ਜਿਹੜੀ ਦੁਨੀਆ ਤੇ ਮਚੀ ਚੌਹਾਂ ਪਾਸਿਆਂ ਤੋਂ ਅੱਗ ਪਈ। ਜੀ। ਹਾਕਮ ਹਕੂਮਤਾਂ ਦੇ ਨਸ਼ੇ ਵਿੱਚ ਗੁੱਟ ਹੋਏ, ਗੰਗਾ ਹੁਣ ਸੱਚੀ ਹੈ ਪੇ ਹੋਏ ਵੱਲ ਵਗ ਪਈ, ਬਾਪ ਦੀ ਲਾ ਪੱਗ ਪੁੱਤ ਪੈਰਾਂ ਹੇਠ ਰੋਲਦੇ ਨੇ, ਭੈਣ ਬੇਪੱਤ ਹੁਣ ਵੀਰਾ ਕੋਲੋਂ ਲੱਗ ਪਈ। ਕੀ ਬਾਤ। ਜਿਹੜਾ ਹੁਣ ਗੀਤ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਖਾਸ ਰੰਗ ਜਿਹੜਾ ਮੈਨੂੰ ਬੜਾ ਚੰਗਾ ਲੱਗਦਾ ਜੀ, ਵੀ ਛੜਿਆਂ ਦੀ ਗੱਲ ਹੈ ਕਿ ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ, ਆਪਾਂ ਚੰਗਾ ਹੀ ਵਕਤ ਲਗਾ ਲਿਆ ਜੀ। ਮੈਂ ਮਾਫੀ ਮੰਗਦਾ ਜੇ ਕਿਸੇ ਨੂੰ ਕੋਈ ਇਹਦੇ ਚ ਲੱਗੇ ਪਹਿਲਾਂ ਹੀ। ਨਹੀਂ, ਛੜਿਆਂ ਵਾਲਾ ਅੱਜ ਕੱਲ ਤਾਂ ਫਿਰ ਹੁਣ ਘਟ ਗਿਆ, ਪਹਿਲਾਂ ਤਾਂ ਵਾਵਾ ਹੁੰਦਾ। ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ, ਅੱਜ ਦੇ ਪ੍ਰਸੰਗ 'ਚ ਸੁਣਾਉਣ ਲੱਗਾ ਮੈਂ ਜੀ, ਕਿ ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ, ਆਪਾਂ ਚੰਗਾ ਹੀ ਵਕਤ ਲਗਾ ਲਿਆ ਏ, ਰੰਨਾਂ ਵਾਲਿਆਂ ਨੂੰ ਬੜੀ ਕਪੱਤ ਹੁੰਦੀ, ਗੋਲਾ ਬੇਗੀ ਨੇ ਰੋਜ਼ ਹੀ ਢਾਲਿਆ। ਸਹੀ ਹੈ ਜੀ, ਬਿਲਕੁਲ। ਆਪਾਂ ਫੂਕ ਨਹੀਂ ਚੁੱਲ੍ਹੇ ਵਿੱਚ ਕਦੇ ਮਾਰੀ, ਆਪਾਂ ਫੂਕ ਨਹੀਂ ਚੁੱਲ੍ਹੇ ਵਿੱਚ ਕਦੇ ਮਾਰੀ, ਫੁਲਕਾ ਰੱਜ ਕੇ ਡੇਰੇ ਤੋਂ ਖਾਈਦਾ ਏ, ਸਾਰੇ ਜਹਾਂ ਸੇ ਅੱਛਾ ਵੇਖਣੇ ਨੂੰ ਮੰਜਾ ਚਾੜ ਚਵਾਰੇ ਤੇ ਡਾਈ। ਹੋਵੇ ਮੰਤਰੀ ਅਫਸਰ ਕੋਈ ਪੁਲਿਸ ਵਾਲਾ, ਹੋਵੇ ਮੰਤਰੀ ਅਫਸਰ ਕੋਈ ਪੁਲਿਸ ਵਾਲਾ, ਬਹਿ ਕੇ ਦਫ਼ਤਰ ਹੀ ਮੁੱਛਾਂ ਵੱਟਦੇ ਨੇ, ਕਿਤੇ ਆਥਣੇ ਆ ਕੇ ਘਰੇ ਵੇਖੀ ਸਾਰੇ ਬੀਵੀ ਦੀਆਂ ਤਲੀਆਂ ਚੱਟਦੇ। ਸਹੀ ਹੈ, ਸਹੀ। ਜਾਗਰ ਕਰੇ ਕਮਾਈਆਂ ਬਾਹਰ ਮਰੇ ਟੁੱਟ ਕੇ, ਮੌਜਾਂ ਘਰੇ ਜਗੀਰੋ ਲੁੱਟਦੀਆਂ ਜੀ।
ਜਾਗਰ ਕਰੇ ਕਮਾਈਆਂ ਬਾਹਰ ਮਰੇ ਟੁੱਟ ਕੇ ਮੌਜਾਂ ਕਰੇ ਜਗੀਰੋ ਲੁੱਟਦੀ ਆ। ਇਹ ਚੋਪੜੀਆਂ ਤੇ ਪਰੌਠੇ ਫੂਕਣੇ ਆ, ਲੱਤਾਂ ਰੋਜ਼ ਮਹੰਤ ਦੀਆਂ ਕੁੱਟਦੀ। ਪਹਿਲਾਂ ਪਤੀ ਆਵੇ ਪਿੱਛੋਂ ਪੁੱਤ ਡੱਕ ਕੇ, ਛਿੱਲ ਦੋਹਾਂ ਦੀ ਧਨੋਂ ਉਧੇੜਦੀ ਆ। ਭੋਰੇ ਚੰਗੇ ਆ ਚੂੜੇ ਵਾਲੀਆਂ ਤੋਂ ਘੱਟ ਫੁੱਲਾਂ ਤੇ ਛੜਿਆਂ ਦੀ ਖੇਲਦੀ ਆ। ਮਤਲਬ ਨਹੀਂ, ਇਹ ਵੈਸੇ ਕਾਫੀ ਅਸਲੀਅਤ ਵੀ ਹੈਗੀ। ਚਲੋ ਸਾਰੇ ਘਰਾਂ ਦੀ ਆਪਾਂ ਗੱਲ ਨਹੀਂ ਕਰਦੇ, ਪਰ ਬਾਲੇ ਐਕਸੈਪਸ਼ਨਲ ਤਾਂ ਹੁੰਦਾ ਹੀ ਹੈ, ਬਾਲੇ ਘਰਾਂ ਦੀ ਤਾਂ ਹੈਗੀ ਹੈ ਜੀ ਇਹ। ਅੱਛਾ, ਗੀਤ ਦੀ ਜਿਹੜਾ ਨਾ ਮੈਂ ਸੀਰੀਅਸ ਵੀ ਲਿਖਿਆ ਵੀ ਇੱਕ ਮੈਂ ਨਾ ਅਨੇ ਪਹਿਲਾਂ ਡੂਮੇ ਵਾਲੇ ਦਾ ਗੀਤ ਕਿਹੜਾ ਸੀ ਜਿਹੜਾ ਹੁਣ ਡੂਮੇ ਵਾਲਾ ਦਾ ਗੀਤ ਸੀ? ਡੂਮੇ ਵਾਲਾ ਦਾ ਗੀਤ ਸੀਗਾ ਕਿ ਸੱਚ ਨੱਚਦਾ ਸੂਲੀ ਤੇ ਲਾ ਕੇ ਸੰਗ ਵੇਖਿਆ, ਸੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਜੀ। ਮੈਂ ਉਹਦੇ ਅੰਤਰੇ ਸੁਣਾਉਣਾ ਕਿ ਗੋਤੇ ਇਸ਼ਕ ਵਿੱਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ, ਗੋਤੇ ਇਸ਼ਕ ਵਿੱਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ, ਚੁੱਕੀ ਫਿਰੇ ਅਸਮਾਨ ਸੱਚੀ ਸਿਰ ਤੇ ਟਟੀਰੀ, ਬੱਟਾ ਜਾਰੀਆਂ ਨੂੰ ਲਾਇਆ ਪੱਗਾਂ ਜਾਰਾਂ ਨੇ ਵਟਾ ਕੇ, ਬੇੜੀ ਅੱਧ ਵਿੱਚ ਡੋਬੀ ਸੌ ਉਮਰਾਂ ਦੀ ਖਾ ਕੇ, ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ ਜੀ, ਸੁਣੋ ਦੁਨੀਆ ਦਾ ਜਿਹੜਾ ਜਿਹੜਾ ਰੰਗ ਵੇਖਿਆ। ਵਾਹ ਜੀ ਵਾਹ। ਕਈ ਧੀਆਂ ਤਾਂ ਧਿਆਣੀਆਂ ਸੀ ਪੈ ਗਈਆਂ ਕੁਰਾਹੇ, ਲਾਂਬੂ ਇੱਜ਼ਤਾਂ ਨੂੰ ਲਾਇਆ ਪੱਗਾਂ ਰੋਲੀਆਂ ਚਰਾਹੇ, ਅਸੀਂ ਠੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ, ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ, ਘਰਾਂ ਖੁੱਲਿਆਂ ਦਾ ਬੂਹਾ ਅਸੀਂ ਤੰਗ ਵੇਖਿਆ। ਆਖਰੀ ਉਹਦਾ ਅੰਤਰਾ ਹੈ ਕਿ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਕਿਹਨੂੰ ਛੱਡਦੇ ਨੇ ਲੋਕ, ਸੁਣੀ ਉੱਚਿਆਂ ਚਵਾਰਿਆਂ ਨੇ ਉੱਚਿਆਂ ਦੀ ਗੱਲ, ਸਦਾ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ, ਪਰ ਸੋਨੇ ਨੂੰ ਨਹੀਂ ਲੱਗਦਾ ਯੰਗ ਵੇਖਿਆ ਜੀ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ। ਉਹਦਾ ਕੈਨੇਡਾ ਦਾ ਹੁਣ ਟੂਰ ਲਾ ਕੇ ਗਿਆ ਪੰਮਾ, ਉਹਦਾ ਟੂਰ ਦਾ ਨਾਂ ਹੀ ਰੰਗ ਦੁਨੀਆ ਦੇ ਸੀ, ਦੁਨੀਆ ਦੇ ਰੰਗ। ਸੋ ਕਈ ਗੀਤਾਂ ਨੂੰ ਬੜਾ ਪਿਆਰ ਮਿਲਿਆ ਜੀ ਕਿ ਇੱਕ ਜੱਗੀ ਜੀ ਮੈਂ ਕਹਿੰਦਾ ਹੁਣ ਵੀ ਵਕਤ ਜਿਹੜਾ ਨਾ ਉਹ ਤੁਹਾਡੇ ਹੁੱਜਾ ਮਾਰਦਾ ਵੀ ਤੁਸੀਂ ਇੱਦਾਂ ਕਰੋ, ਜੋ ਆਲੇ ਦੁਆਲੇ ਹੋ ਰਿਹਾ ਕਿ ਇਹ ਚਾਲ ਸਮੇਂ ਦੀ ਕਹਿੰਦੀ ਏ ਜੀ, ਕੋਈ ਆਪਾਂ ਵੀ ਵਲ ਛਲ ਕਰੀਏ, ਇਹ ਚਾਲ ਸਮੇਂ ਦੀ ਕਹਿੰਦੀ ਏ ਕੋਈ ਆਪਾਂ ਵੀ ਵਲ ਛਲ ਕਰੀਏ, ਪਰ ਦਿਲ ਆਖਦਾ ਇਹ ਚੰਦਰਾ ਨਹੀਂ ਬੰਦਿਆਂ ਵਾਲੀ ਗੱਲ ਕਰੀਏ। ਵਾਹ ਜੀ। ਹਾਲੇ ਮਨੁੱਖਤਾ ਜਿਉਂਦੀ ਹੈ ਕੁਝ ਵਰਕਤਾਂ ਨੇ ਈਮਾਨ ਦੀਆਂ, ਇਹ ਬੇਈਮਾਨ ਤਾਂ ਚਾਹੁੰਦੇ ਨੇ ਹਰ ਪਾਸੇ ਹੀ ਜਲ ਥਲ ਕਰੀਏ, ਜੇ ਰੋਜ਼ ਹੀ ਮਰਨਾ ਪੈਣਾ ਹੈ ਤੇ ਜਿਉਣੇ ਦਾ ਕੋਈ ਧਰਮ ਨਹੀਂ ਜੀ, ਫਿਰ ਬਿਨ ਮਰਜੋਂ ਹੀ ਮਰਨੇ ਦਾ ਕੋਈ ਆਖਰ ਨੂੰ ਤਾਂ ਹੱਲ ਕਰੀਏ, ਇਹ ਚੁੱਪ ਬੁਰੀ ਕੁਝ ਕਹਿਣੇ ਤੋਂ ਚੁੱਪ ਰਹਿ ਕੇ ਪੌਰੇ ਸਰਨਾ ਨਹੀਂ, ਗੱਲ ਆਖਰ ਕਰਨੀ ਪੈਣੀ ਹੈ ਭਾਵੇਂ ਅੱਜ ਕਰੀਏ ਭਾਵੇਂ ਕੱਲ ਕਰੀਏ। ਬਹੁਤ ਵਧੀਆ ਜੀ। ਤੇ ਗੱਲਾਂ ਬਹੁਤ ਨੇ, ਹਜੇ ਤਾਂ ਸ਼ੁਰੂਆਤ ਹੀ ਹੋਈ ਸੀ ਆਪਣੀਆਂ, ਹਜੇ ਹੋਰ ਵੀ ਬਹੁਤ ਹਜੇ ਆਪਾਂ ਟਾਈਮ ਲਾ ਸਕਦੇ ਸੀਗੇ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਵੀ ਤੁਸੀਂ ਕਦੇ ਕਦੇ ਗਾਹੇ ਵਗਾਹੇ ਟਾਈਮ ਕੱਢ ਲਿਆ ਕਰੋ। ਕੋਈ ਨਹੀਂ, ਜਦੋਂ ਤੇ ਇਹ ਮੇਰੀ ਆਪਣੀ ਇੱਛਾ ਤਾਂ ਹੈਗੀ ਆ, ਸਾਡੇ ਦਰਸ਼ਕਾਂ ਦੀ ਵੀ ਇਹ ਇੱਛਾ ਹੈਗੀ, ਜਦੋਂ ਤੁਸੀਂ ਕਹੋ ਹੁਣ ਤਾਂ ਤੁਹਾਡੇ ਕੋਲ ਹੀ ਹੈ ਜਦੋਂ ਮਰਜ਼ੀ ਆ ਸਕਦੇ ਆਪਾਂ। ਤੇ ਪਹਿਲਾਂ ਤਾਂ ਸਕਾਈਪ ਤੇ ਸੀਗਾ, ਆਪਾਂ ਇੰਡੀਆ ਤੋਂ ਵੀ ਕਰਦੇ ਰਹੇ ਹਾਂ, ਤੇ ਉਹ ਤੁਹਾਡਾ ਸਾਹਿਤਕ ਤੰਦਾ ਜਿਹੜਾ ਉਹ ਵੀ ਲੋਕ ਹਜੇ ਤੱਕ ਯਾਦ ਕਰਦੇ ਨੇ, ਤੇ ਸਰਨਾਮੇ ਵੀ ਯਾਦ ਕਰਦੇ ਪ੍ਰੋਗਰਾਮ ਤੁਹਾਡਾ, ਪਿਆਰ ਮੁਹੱਬਤ, ਬਾਕੀ ਕਲਾਕਾਰਾਂ ਬਾਰੇ ਜਾਣਕਾਰੀ ਜਿੰਨੀ, ਜਾਂ ਕਲਾਕਾਰਾਂ ਦੀ ਵੈਸੇ ਗੱਲ ਕਹਿਣ ਚ ਆ ਜਾਂਦੀ ਆ, ਉਹ ਜਿੰਨੀ ਹਰ ਖੇਤਰ ਦੀ ਜਾਣਕਾਰੀ ਤੁਹਾਨੂੰ ਹੈਗੀ ਆ। ਚਲੋ ਉਮਰ ਦੇ ਹਿਸਾਬ ਨਾਲ ਫਿਰ ਵਕਤ ਜਿਹਾ ਲੰਘ ਗਿਆ ਜੱਗੀ ਜੀ, ਤੁਹਾਡਾ ਪਿਆਰ ਮੁਹੱਬਤ ਖਿੱਚੀ ਜਾਂਦਾ ਸਾਰਾ ਕੁਝ। ਤੇ ਕੀ ਕਹਿਣਾ ਚਾਹੁੰਦੇ ਜੀ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ, ਕੋਈ ਸੁਨੇਹਾ, ਕੋਈ ਪਿਆਰ ਮੁਹੱਬਤ? ਸੁਨੇਹਾ ਤਾਂ ਨਹੀਂ ਕੋਈ, ਹਲੇ ਆਪਾਂ ਸੁਨੇਹਾ ਦੇਣ ਜੋਗੇ ਤਾਂ ਹੈ ਨਹੀਂ, ਪਰ ਮੈਂ ਇੱਦਾਂ ਕਹਿਣਾ ਕਿ ਜ਼ਿੰਦਗੀ ਵਿਲਾਸ ਹੈ ਸਾਧੂ ਦਇਆ ਸਿੰਘ ਆਰਫ ਦਾ, ਉਹਦੇ 'ਚ ਉਹਨੇ ਲਿਖਿਆ ਵੀ ਕਿ ਲੰਘ ਚੱਲੀਏ ਬਹੁਤੀ ਮਿੱਤਰੋ ਕਰਦਿਆਂ ਮੇਲਾ ਮੇਲਾ, ਚੜ ਗਏ ਦੰਦ ਮੋਤੀਆਂ ਵਰਗੇ ਬਣ ਗਿਆ ਮੂੰਹ ਕਰੇਲਾ। ਇਹ ਵਕਤ ਪਤਾ ਨਹੀਂ ਕਿਹੜੇ ਵੇਲੇ ਤੁਹਾਡੀ ਆਖਰੀ ਘੜੀ ਬਣਾ ਦੇਗਾ ਜੀ। ਸੋ ਇਸ ਕਰਕੇ ਚਿਹਰੇ ਤੇ ਰੌਣਕ, ਇਹ ਠਿੱਬੀਆਂ ਠੁੱਬੀਆਂ ਜਿਹੜੀਆਂ ਮਾਰਨੀਆਂ, ਕਿਸੇ ਨੂੰ ਥੱਲੇ ਲਾਉਣਾ, ਕਿਸੇ ਨੂੰ ਨੀਵਾਂ ਦਿਖਾਉਣਾ। ਲਾਸਟ ਗੱਲ ਜੇ ਮੈਂ ਕਹਿੰਦਾ, ਜਿਹੜਾ ਬੰਦਾ ਵੱਡਾ ਆ ਉਹ ਕੌਣ ਵਾ? ਵੱਡਾ ਬੰਦਾ ਉਹ ਆ ਜਿਹੜਾ ਕੋਲ ਛੋਟੇ ਬੰਦੇ ਨੂੰ ਇਹ ਨਾ ਅਹਿਸਾਸ ਹੋਣ ਦੇ ਵੀ ਤੂੰ ਛੋਟਾ। ਕੀ ਬਾਤ ਹੈ, ਉਹ ਵੱਡਾ ਬੰਦਾ ਹੋ ਸਕਦਾ। ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਆਪਾਂ ਪੰਜਾਬੀਆਂ ਬੜੇ ਦੂਰ ਆਏ ਹਾਂ, ਮੁਹੱਬਤ ਦੀ ਗੱਲ ਬੱਕੜੀ ਜਿਹੜੀ ਆ ਉਹਨੂੰ ਨਿੱਘੀ ਕਰੀਏ, ਹੋਰ ਵੱਡੀ ਕਰੀਏ। ਵਾਹ ਜੀ ਵਾਹ ਜੀ। ਪਰ ਸਭ ਬਹੁਤ ਮਿਹਰਬਾਨੀ। ਅਸ਼ੋਕ ਭੌਰਾ ਜੀ ਸਾਡੇ ਸਟੂਡੀਓ ਦੇ ਵਿੱਚ ਅੱਜ ਆਏ ਹੋਏ ਨੇ, ਔਰ ਬਹੁਤ ਵਧੀਆ ਗੱਲਾਂ ਹੋਈਆਂ। ਹਜੇ ਗੱਲਾਂ ਤੇ ਟੌਪਿਕ ਤੇ ਹਜੇ ਬਹੁਤ ਪਏ ਸੀਗੇ,
ਅਸੀਂ ਕੋਸ਼ਿਸ਼ ਕਰਾਂਗੇ ਜੀ ਭੌਰਾ ਸਾਹਿਬ ਨੂੰ ਬੇਨਤੀ ਕਰਕੇ ਕੋਈ ਲੜੀਵਾਰ ਟਾਈਪ ਸ਼ੁਰੂ ਕਰੀਏ, ਚਾਹੇ ਵੀਕਲੀ ਕਰੀਏ ਚਾਹੇ ਥੋੜ੍ਹੀ ਦੇਰ ਦਾ ਹੀ ਕਰੀਏ, ਕੋਈ ਲੜੀਵਾਰ ਜਿਹਨੂੰ ਗੱਲਬਾਤ ਅੱਗੇ ਕੰਟੀਨਿਊ ਚੱਲਦੀ ਰਹੇ, ਉਹ ਅਸੀਂ ਕੋਸ਼ਿਸ਼ ਕਰਾਂਗੇ। ਸੋ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਔਰ ਕਿਸੇ ਵੀ ਗੱਲਬਾਤ ਲਈ ਕੋਈ ਸੁਨੇਹਾ ਚਾਹੁੰਦੇ ਹੋ, ਭੌਰਾ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਤੇ ਨਾਲ ਦੀ ਨਾਲ ਫੇਸਬੁੱਕ ਹੈ, ਟਵਿੱਟਰ ਹੈ, ਤੇ ਮੇਰਾ ਸੈੱਲ ਨੰਬਰ ਤਕਰੀਬਨ ਸਭ ਕੋਲੇ ਹੈਗਾ 209 450 3362। ਕੋਈ ਵੀ ਬਿਜ਼ਨਸ ਦੇ ਸਿਲਸਿਲੇ ਵਿੱਚ ਕੋਈ ਐਡ ਦੇਣੀ ਆ, ਕੋਈ ਕਮਿਊਨਿਟੀ ਦੀ ਖਬਰਸਾਰ ਦੇਣੀ ਆ ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਤੇ ਬਾਕੀ ਨਗਰ ਕੀਰਤਨ ਵਗੈਰਾ ਹੋ ਰਹੇ ਨੇ, ਖੇਡ ਮੇਲੇ ਹੋ ਰਹੇ ਨੇ, ਉਹ ਤੁਹਾਨੂੰ ਨਾਲ ਨਾਲ ਸਾਰੇ ਅਸੀਂ ਦਿਖਾਉਂਦੇ ਰਹੀਦਾ। ਅਖੀਰ ਦੇ ਵਿੱਚ ਜਿੱਥੇ ਮੈਂ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ, ਉੱਥੇ ਭੌਰਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰੇ ਦਰਸ਼ਕਾਂ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।